जै जवान जै किसान का नारा इस पिंड उत्ते भरपूर लागू हुंदा है। फौज विच भर्ती हो के इस पिंड नूं फौजियां दे पिंड नाल मशहूर कर दिता है। इस पिंड का दौरा करन आए हैं कि इस पिंड के नौजवान सवेरे शाम ग्राउंड विच मिलते हैं। जे ये कह लीए कि एक घर छड्ड के दूजा घर फौजियां दा है। सत श्री अकाल दोस्तों, मैं सुखी मंघाणिया, मानसा जिले का पिंड रंगड़ियाल। जै जवान जै किसान का नारा इस पिंड उत्ते भरपूर लागू हुंदा है। इस पिंड की जवानी ने, इस पिंड की किसानी ने बहुत सारे खूबसूरत रंग बखेरे ने। इस पिंड नूं अज पंजाब पद्धर ते नैशनल पद्धर ते जाणिया जांदा है। क्यों जाणिया जांदा है? इस पिंड की नौजवान पीढ़ी ने फौज विच भर्ती हो के इस पिंड नूं फौजियां दे पिंड नाल मशहूर कर दिता है। अज असी इस पिंड का दौरा करन आए हैं कि इस पिंड के नौजवान सवेरे शाम ग्राउंड विच मिलते हैं। इस पिंड के लोगों ने लड़कियां वास्ते, मुंडियां वास्ते एक अजिहा माहौल सिर दिता है कि इत्थों के नौजवान सैकड़े नौजवान, जे ये कह लीए कि एक घर छड्ड के दूजा घर फौजियां दा है। अजिहा ही वापरिया कि जिस घर में इकल्ला पुੱਤ सी ਜਾਂ दो पुੱਤ सी ਉਹ फौज ਵਿੱਚ भर्ती हो गए ने। सो मिलते हैं रंगड़ियाल पिंड के लोगों नाल। रंगड़ियाल पिंड दे बहुत ही सत्कारयोग साडे बजुर्ग बैठे ने साथ दे विच। असीं उन्हां नाल गल करदे हां कि इस पिंड दी जवानी ते किसानी दा की हाल है। बापू जी सत श्री अकाल। हाँ जी। अपना शुभ नाम जी? भरपूर सिंह। भरपूर सिंह जी, इस पिंड ने पंजाब दी जवानी नूं एक सेध दित्ती है। इत्थों दे नौजवान बहुत सारे फौज विच भर्ती होए ने, की कहोगे? ਇਹ ਜਿਹੜਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਦੇ ਨਾਲ ਲੱਗਦਾ ਪਿੰਡ ਹੈ। ਮਾਨਸਾ ਦਾ ਆਖਰੀ ਪਿੰਡ ਹੈ ਇਹ ਬਹੁਤ ਹੀ ਮਤਲਬ ਆਪਾਂ ਜਿਵੇਂ ਕਹਿ ਦਈਏ ਵੀ ਗਰੀਬੀ ਰੇਖਾ 'ਚੋਂ ਲੱਗਾ ਪਿੰਡ ਹੈ। ਪਿਛਲੇ ਸਮੇਂ 'ਚ ਕੁਝ ਪਿੰਡ ਦੇ ਮੋਹਤਵਰ ਬੰਦਿਆਂ ਨੇ ਇਸ ਪਿੰਡ ਨੂੰ ਅੱਗੇ ਲਿਜਾਣ ਵਾਸਤੇ ਉਦਮ ਕੀਤਾ ਤੇ ਇੱਥੇ ਇੱਕ ਜਿਹੜਾ ਸਕੂਲ ਆ ਉਹਦੇ ਵਿੱਚ ਗਰਾਊਂਡ ਬਣਾਇਆ ਗਿਆ। ਗਰਾਊਂਡ ਦੇ ਵਿੱਚ ਬਾਹਰੋਂ ਵੀ ਪਿੰਡ 'ਚੋਂ ਵੀ ਜਿਹੜੇ ਮਤਲਬ ਬੱਚੇ ਸੀ ਉਹਨਾਂ ਨੂੰ ਨਸ਼ਾ ਮੁਕਤ ਇੱਕ ਮੁਹਿੰਮ ਚਲਾਈ ਕਿ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਫੌਜ ਭਰਤੀ ਹੋਣ। ਪਹਿਲਾਂ ਵੀ ਇਸ ਪਿੰਡ ਦੇ ਆਜ਼ਾਦੀ ਘੁਲਾਟੀਏ 6 ਦੇ ਕਰੀਬ ਇਸ ਪਿੰਡ ਦੇ ਰਹੇ ਨੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਪਿੰਡ ਨੂੰ ਸਰਕਾਰਾਂ ਅੱਖੋਂ ਉਹਲੇ ਕਰ ਰਹੀਆਂ ਨੇ। ਸੰਗਰੂਰ ਦੀ ਹੱਦ ਤੱਕ ਇਸ ਪਿੰਡ 'ਤੇ ਇਹ ਸੜਕ ਹੈ ਉਹ ਡਬਲ ਹੈ, ਪਰ ਜਦੋਂ ਜਿੱਥੇ ਮਾਨਸਾ ਜਿਹਾ ਚੱਲ ਪਿਆ ਇਹ ਸਾਰੇ ਸੜਕਾਂ ਨੇ ਜਿਹੜੀਆਂ ਸਿੰਗਲ ਨੇ ਟੁੱਟੀਆਂ ਪਈਆਂ ਨੇ। ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ। बहुत सारे लोगों ने पंजाब की नौजवानी नूं नशेड़ी कह के भंडिया, किते तुहाडा पिंड तां ही नशे की लपेट में आया होया, की कहोगे? ਸਾਡੇ ਪਿੰਡ ਦੇ ਵਿੱਚ ਜੋ ਹੈਗਾ ਮੰਨ ਲਾ ਵੀ ਬਹੁਤ ਇਸ ਗੱਲ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਜਿਹੜੇ ਪਤਵੰਤੇ ਸੱਜਣ ਨੇ ਜਾਂ ਮੇਰੇ ਕੋਈ ਸਾਡੇ ਜਥੇਬੰਦੀਆਂ ਨੇ, ਕੋਈ ਕਿਸਾਨੀ ਨਾਲ ਜਥੇਬੰਦੀ ਲੀਡਰ ਨੇ,
ਜਾਂ ਕੋਈ ਸਿੱਖ ਧਰਮ ਨਾਲ ਰਿਲੇਟਡ ਨੇ, ਉਹਨਾਂ ਦਾ ਇਹੀ ਹੈ ਵੀ ਮੰਨ ਲਓ ਜਿਹੜਾ ਨਸ਼ਾ ਹੈ ਉਹ ਨਸ਼ੇ ਨੂੰ ਆਪਾਂ ਖਾਤਮਾ ਕਰੀਏ ਤੇ ਆਉਣ ਵਾਲੇ ਸਮੇਂ ਵਧੀਆ ਪਿੰਡਾਂ 'ਚ ਖਿਡਾਰੀ ਪੈਦਾ ਕਰੀਏ ਤੇ ਪਿੰਡਾਂ ਦੇ ਵਿੱਚ ਵਧੀਆ ਜਿਹੜੀ ਜ਼ਿੰਦਗੀ ਹੈ ਨੌਜਵਾਨ ਉਹ ਭਾਵੇਂ ਬਾਹਰਲੇ ਦੇਸ਼ਾਂ 'ਚ ਜਾਣ, ਭਾਵੇਂ ਇੱਥੇ ਫੌਜ 'ਚ ਭਰਤੀ ਹੋਣ। ਇਹ ਮੰਨ ਲਓ ਇੱਕ ਉੱਦਮ ਹੈ ਪਿੰਡ ਵੱਲੋਂ। ਕੋਈ ਇਹੀ ਗੱਲ ਨਹੀਂ ਹੈਗੀ ਵੀ ਕਿ ਇੱਥੇ ਕੋਈ ਨਸ਼ਾ ਹੈ ਜਿਹੜਾ ਦੂਏ ਪਿੰਡਾਂ ਦੀ ਤਰ੍ਹਾਂ ਕੋਈ ਹੈ ਨਸ਼ਾ ਨਹੀਂ। ਕੀ ਹੈ ਜੋ ਇੱਕ ਦੋ ਕੋਈ ਗੱਲਬਾਤ ਹੋਵੇ, ਕੋਈ ਹੈ ਗੈਰ ਨਸ਼ਾ ਨਹੀਂ ਇੱਥੇ ਹੈਗਾ। ਆਪਣਾ ਸ਼ੁਭ ਨਾਮ ਜੀ? ਜਸਵੰਤ ਸਿੰਘ ਜੀ। ਤੁਹਾਡਾ ਬੇਟਾ ਜਾਂ ਬੇਟੀ ਹੈ ਫੌਜ ਦੇ ਵਿੱਚ? ਲੜਕਾ ਹੈ ਜੀ। ਕਿੰਨਾ ਚਿਰ ਹੋ ਗਿਆ ਭਰਤੀ ਹੋਏ ਨੂੰ? 16 ਸਾਲ ਹੋ ਗਏ ਜੀ। ਅੱਜ 16 ਸਾਲ ਹੋ ਗਏ ਮੁੰਡੇ ਨੂੰ ਫੌਜ 'ਚ ਭਰਤੀ ਹੋਏ ਨੂੰ। ਉਦੋਂ ਇਹ ਹਾਲਾਤ ਬਣੇ ਸੀ ਪਿੰਡ ਦੇ ਫੌਜ 'ਚ ਭਰਤੀ ਕਰਾਉਣ ਦੇ ਜਾਂ ਅੱਜ ਬਣੇ ਹੋਏ ਨੇ? ਇਹ ਜੀ ਉਸ ਤੋਂ 2-4 ਸਾਲ ਪਹਿਲਾਂ ਦੇ ਹੋਏ ਨੇ। ਮਤਲਬ ਜਿਹੜਾ ਕਿ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਸਿੱਖਿਆ ਸਕੂਲਾਂ ਬਾਰੇ ਸੋਚਣਾ ਜਾਂ ਗਰਾਊਂਡ ਬਣਾਉਣੇ ਜਾਂ ਉਹਨਾਂ ਦੀ ਗਾਈਡੈਂਸ ਕਰਨੀ ਸਿਆਣੇ ਬੰਦਿਆਂ ਨੇ, ਉਸ ਤੋਂ ਬਾਅਦ ਹੌਲੀ ਹੌਲੀ ਮਤਲਬ ਉਸ ਤੋਂ ਪਹਿਲਾਂ ਵੀ ਭਰਤੀ ਹੈਗੇ ਸੀ ਤੇ ਉਸ ਤੋਂ ਬਾਅਦ ਵੀ ਮਤਲਬ ਭਰਤੀ ਬਹੁਤ ਹੋਏ ਨੇ ਲੜਕੇ। ਹੁਣ ਇਸ ਵਕਤ ਆਪਣੇ ਪਿੰਡ ਦੇ 255 ਨੌਜਵਾਨ ਨੇ ਜਿਹੜੇ ਕਿ ਸਰਹੱਦਾਂ ਤੇ ਰਾਖੀ ਕਰ ਰਹੇ ਨੇ। ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਦੋਸਤੋ, ਮੇਰੇ ਨਾਲ ਰੰਗੜਿਆਲ ਪਿੰਡ ਦੇ ਇੱਕ ਪਰਿਵਾਰ ਦੇ 2 ਮੈਂਬਰ ਬੈਠੇ ਨੇ। ਇਸ ਪਰਿਵਾਰ ਦੇ ਵਿੱਚ ਫੌਜ ਦੇ ਵਿੱਚ 2 ਜਣੇ ਭਰਤੀ ਹੋਏ। ਇੱਕ ਨੇ ਆਜ਼ਾਦੀ ਘੁਲਾਟੀਆ ਕਹਿਲਾਇਆ ਤੇ ਬਹੁਤ ਸਾਰੇ ਮਾਣ ਸਨਮਾਨ ਇਸ ਪਰਿਵਾਰ ਦੇ ਹਿੱਸੇ ਆਏ। ਦੂਸਰਾ ਇੱਕ ਨੌਜਵਾਨ ਭਰਤੀ ਹੁੰਦਾ ਹੈ। ਜਦੋਂ ਇੱਕ ਜਵਾਨੀ ਦੇ ਸੁਪਨੇ ਹੁੰਦੇ ਨੇ, ਇੱਕ ਕੁਆਰਾ ਮੁੰਡਾ ਹੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਸ਼ਹੀਦੀ ਪ੍ਰਾਪਤ ਕਰਦਾ ਹੈ। ਸੋ ਇਸ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਪਰਿਵਾਰ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਰਦਾਰ ਸੁਰਜੀਤ ਸਿੰਘ, ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓ। ਹਾਂਜੀ, ਬਹੁਤ ਵਧੀਆ ਸੀ ਜੀ। ਮੇਰੇ ਤੇ ਹੁੰਦੀ ਜਦੋਂ ਉਹ ਸ਼ਹੀਦ ਹੋਏ, ਹਾਂਜੀ, ਉਦੋਂ ਉਹਨੇ ਮੰਗਣੀ ਹੋਈ ਸੀ ਜਾਂ ਵਿਆਹ ਹੀ ਨਹੀਂ ਕਰਾਇਆ ਸੀ ਜਾਂ ਕੀ? ਵਿਆਹ ਨਹੀਂ ਕਰਾਇਆ ਤਾਂ ਜੀ ਉਹਨੇ, ਨਾ ਮੰਗਣੀ ਹੋਈ। ਸੁਰਜੀਤ ਸਿੰਘ ਹੋਰੀ ਕਿੰਨੇ ਭਰਾ ਸੀ? 4 ਤੀ ਜੀ। ਜਦੋਂ ਸੁਰਜੀਤ ਸਿੰਘ ਸ਼ਹੀਦੀ ਪ੍ਰਾਪਤ ਕਰਦੇ ਨੇ, ਉਦੋਂ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਪਰਿਵਾਰ ਲਈ ਇਹ ਕਰਾਂਗੇ, ਉਹ ਕਰਾਂਗੇ। ਜਿਹੜੀਆਂ ਸੁੱਖ ਸਹੂਲਤਾਂ ਸਰਕਾਰ ਨੇ ਆਦਰੀਆਂ ਸੀ, ਕੀ ਉਹ ਪਰਿਵਾਰ ਨੂੰ ਮਿਲ ਚੁੱਕੀਆਂ ਨੇ? ਹਾਂਜੀ। ਕੀ ਕੁਝ ਮਿਲਿਆ ਉਸ ਤੋਂ ਬਾਅਦ ਤੁਹਾਨੂੰ ਫਿਰ? ਐਂ ਤਾਂ ਜੀ ਮੈਨੂੰ ਪਤਾ ਨਹੀਂ, ਤੇਰੇ ਡੈਡੀ ਨੂੰ ਪਤਾ ਹੈ। ਜਿਵੇਂ ਪੈਨਸ਼ਨ ਵਗੈਰਾ ਮਿਲਦੀ ਹੈ ਜੀ। ਦੋਸਤੋ, ਮੇਰੇ ਨਾਲ ਇਸ ਪਰਿਵਾਰ ਦਾ ਇੱਕ ਨੌਜਵਾਨ ਬੈਠਾ ਹੈ, ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ। ਇਸ ਨੌਜਵਾਨ ਨਾਲ ਕਰਦੇ ਹਾਂ ਗੱਲ ਆਪਾਂ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਸੁਖਵਿੰਦਰ ਸਿੰਘ ਜੀ। ਜਿਹੜੇ ਸੁਰਜੀਤ ਸਿੰਘ ਨੇ ਉਹ ਤੁਹਾਡੇ ਕੀ ਲੱਗਦੇ ਸੀਗੇ, ਤੇ ਜਿਹੜੇ ਸਰਦਾਰ ਜਰਨੈਲ ਸਿੰਘ ਸੀ ਉਹ ਤੁਹਾਡੇ ਕੀ ਲੱਗਦੇ ਸੀ? ਹਾਂਜੀ, ਸਰਜੀਤ ਸਿੰਘ ਜੀ ਮੇਰੇ ਚਾਚਾ ਜੀ ਸੀ ਤੇ ਸਰਦਾਰ ਜਰਨੈਲ ਸਿੰਘ ਜੀ ਮੇਰੇ ਦਾਦਾ ਜੀ ਸੀ। ਉਹ ਆਜ਼ਾਦੀ ਘੁਲਾਟੀ ਸੀ, ਮਤਲਬ ਆਜ਼ਾਦ ਹਿੰਦ ਫੌਜ 'ਚ, ਸੁਭਾਸ਼ ਚੰਦਰ ਬੋਸ ਦੀ ਫੌਜ, ਆਜ਼ਾਦ ਹਿੰਦ ਫੌਜ 'ਚ ਸਿਪਾਹੀ ਰਹੇ ਹੋਏ ਨੇ ਜੀ ਉਹ। ਉਸ ਤੋਂ ਬਾਅਦ ਜਿਹੜੀ ਆਪਾਂ ਮਾਤਾ ਜੀ ਨਾਲ ਗੱਲ ਕੀਤੀ ਹੈ ਕਿ ਜੋ ਸ਼ਹੀਦੀ ਪ੍ਰਾਪਤ ਕਰਦੇ ਨੇ, ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਜਿਹੜੀਆਂ ਵਾਅਦੇ ਕਰਦੀਆਂ ਨੇ, ਕੀ ਉਹ ਸਭ ਕੁਝ ਪਰਿਵਾਰ ਨੂੰ ਮਿਲ ਚੁੱਕਾ ਹੈ? ਹਾਂਜੀ, ਮਤਲਬ ਜਦੋਂ ਵੀ ਸ਼ਹੀਦ ਹੋਏ ਨੇ, ਜਿਹੜਾ ਮਤਲਬ ਉਹਨਾਂ ਦਾ ਪੂਰਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਹ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਵਗੈਰਾ ਜੋ ਲੱਗਦੀ ਹੈ, ਉਹ ਮੇਰੀ ਦਾਦੀ ਜੀ ਨੂੰ ਪੈਨਸ਼ਨ ਲੱਗੀ ਸੀ ਉਹਨਾਂ ਦੀ। ਮੇਰੇ ਮਤਲਬ ਚਾਚਾ ਜੀ ਦੀ ਜੋ ਸ਼ਹੀਦ ਹੋਏ ਨੇ, ਉਹਨਾਂ ਦੀ ਦਾਦੀ ਜੀ ਨੂੰ ਪੈਨਸ਼ਨ ਵਗੈਰਾ ਮਿਲੀ ਹੈ ਜਿੰਨਾ ਤੱਕ ਮੇਰੇ ਦਾਦੇ ਜੀ ਜਿਉਂਦੇ ਰਹੇ ਨੇ। ਬਾਕੀ ਕਿਸੇ ਵੀ ਚੀਜ਼ ਦੀ ਸਾਨੂੰ ਕਦੋਂ ਵੀ ਕੋਈ ਲੋੜ ਪਈ ਹੈ ਤਾਂ CRPF ਦੇ ਜਵਾਨ ਵਗੈਰਾ, ਅਤੇ ਹਰ ਸਾਲ ਅਸੀਂ ਉਹਨਾਂ ਦੀ ਬਰਸੀ ਮਨਾਉਂਦੇ ਹਾਂ 6 ਜਨਵਰੀ ਨੂੰ। ਤਾਂ 6 ਜਨਵਰੀ ਨੂੰ ਉਹਨਾਂ ਦੇ ਮਤਲਬ ਕਰਤਾਰਪੁਰ ਤੋਂ ਜਾਂ ਉਹਨਾਂ ਦੀ ਬਟਾਲੀਅਨ ਦੇ ਸਿਪਾਹੀ ਆ ਕੇ, ਬੰਦੇ ਆ ਕੇ ਉਹਨਾਂ ਦੇ ਉੱਥੇ ਆ ਕੇ ਉਹ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਕੇ ਜਾਂਦੇ ਨੇ।
ਤੁਹਾਡੇ ਪਰਿਵਾਰ ਦੀ ਕੋਈ ਜਿਹੀ ਮੰਗ ਸਰਕਾਰ ਵੱਲੋਂ ਜਿਹੜੀ ਇਸ ਪਰਿਵਾਰ ਨੂੰ ਅਜੇ ਵੀ, ਤੇ ਕਿਉਂਕਿ ਇਸ ਪਰਿਵਾਰ ਨੇ 2 ਪੁੱਤ ਨੇ ਜਿਹੜੇ ਹਨਾ ਦੇਸ਼ ਨੂੰ ਦਿੱਤੇ ਨੇ, ਇਸ ਪਰਿਵਾਰ ਦੀ, ਤੁਹਾਡੇ ਪਰਿਵਾਰ ਦੀ ਹੋਰ ਕੋਈ ਮੰਗ ਹੈ ਇਸ ਤਰ੍ਹਾਂ ਦੀ ਜਿਹੜੀ ਅਜੇ ਤੱਕ ਪੂਰੀ ਨਾ ਹੋਈ ਹੋਵੇ ਤੇ ਤੁਸੀਂ ਚਾਹੁੰਦੇ ਹੋ ਕਿ ਪੂਰੀ ਹੋਣੀ ਚਾਹੀਦੀ ਹੈ? ਸਾਡੀ ਮੰਗ ਜੀ ਬਸ ਪਿੰਡ ਨੂੰ ਲੈ ਕੇ ਹੈ ਵੀ ਸਾਡਾ ਪਿੰਡ ਡਿਵੈਲਪ ਹੋਵੇ, ਸਾਡੇ ਨੌਜਵਾਨ ਅੱਗੇ ਫੌਜ 'ਚ ਜਾਣਾ ਚਾਹੁੰਦੇ ਨੇ, ਪੁਲਿਸ 'ਚ ਜਾਣਾ ਚਾਹੁੰਦੇ ਨੇ, ਨਸ਼ਿਆਂ ਤੋਂ ਬਹੁਤ ਹੱਦ ਤੱਕ ਦੂਰ ਨੇ, ਕਿ ਸਾਡੇ ਪਿੰਡ ਦਾ ਗਰਾਊਂਡ ਵਧੀਆ ਬਣੇ। ਸਰਕਾਰਾਂ ਨੂੰ ਚਾਹੀਦਾ ਉਹਦੇ ਵਿੱਚ ਸਾਨੂੰ ਮਦਦ ਕਰਨ, ਪਿੰਡ ਦੇ ਨੌਜਵਾਨਾਂ ਨੂੰ, ਗਲੀਆਂ ਨੂੰ, ਪਿੰਡ ਦੇ ਆਰਥਿਕ ਸੁਧਾਰ ਵੱਲ ਲਿਜਾਇਆ ਜਾਵੇ। ਤਾਂ ਇਸ ਵਾਸਤੇ ਅਸੀਂ ਪਿੰਡ ਦੀ ਨਾਲ ਇਸ ਪਿੰਡ ਦਾ ਸੁਧਾਰ ਹੋਊਗਾ ਤੇ ਹਰੇਕ ਘਰ ਦਾ ਸੁਧਾਰ ਹੋਊਗਾ। ਤਾਂ ਅਸੀਂ ਕਹਿੰਦੇ ਵੀ ਸਾਡੇ ਪਿੰਡ ਦਾ ਸੁਧਾਰ ਹੋਵੇ, ਬੱਚਿਆਂ ਦੇ ਸਕੂਲਾਂ 'ਚ ਵਧੀਆ ਐਜੂਕੇਸ਼ਨ ਮਿਲੇ, ਤੇ ਇਹੀ ਚੀਜ਼ ਅਸੀਂ ਡਿਮਾਂਡ ਕਰਦੇ ਹਾਂ। ਹਾਂਜੀ ਦੋਸਤੋ, ਤੁਸੀਂ ਦੇਖਿਆ ਇਕੱਲੇ ਇੱਕ ਪਰਿਵਾਰ ਨਾਲ ਮਿਲਣੀ ਕਰਵਾਈ ਹੈ ਤੁਹਾਡੀ, ਹੋਰ ਬਹੁਤ ਸਾਰੇ ਪਰਿਵਾਰ ਨੇ ਜਿਸ ਇਹ ਬੀਜ ਬੀਜੇ ਗਏ ਸੀ ਸਰਦਾਰ ਜਰਨੈਲ ਸਿੰਘ ਹੋਰਾਂ ਵੱਲੋਂ, ਦੂਸਰੇ ਸੀ ਸਰਦਾਰ ਸੁਰਜੀਤ ਸਿੰਘ ਵੱਲੋਂ। ਅੱਜ ਉਹ ਬੀਜ ਬੀਜੇ ਹੋਏ ਬੂਟੇ ਹੋ ਗਏ ਨੇ, ਦਰਖਤ ਬਣ ਗਏ ਨੇ, ਤੇ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤਿਆਰੀ ਕਰ ਰਹੇ ਨੇ, ਤੇ ਸੈਂਕੜੇ ਨੌਜਵਾਨ ਨੇ ਜਿਹੜੇ ਫੌਜ ਵਿੱਚ ਭਰਤੀ ਹੋ ਰਹੇ ਨੇ। ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਹੈ ਗਰਾਊਂਡ 'ਚ ਚੱਲਦੇ ਹਾਂ, ਜਿੱਥੇ ਇੱਥੋਂ ਦੀ ਜਿਹੜੀ ਜਵਾਨੀ ਹੈ ਆਪਣੇ ਰੰਗ ਬਿਖੇਰ ਰਹੀ ਹੈ, ਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਫੌਜ ਵਿੱਚ, ਪੁਲਿਸ ਵਿੱਚ ਭਰਤੀ ਹੋਣ ਦੇ ਸੁਪਨੇ ਸੰਜੋਈ ਬੈਠੀ ਹੈ। ਪਿੰਡ ਦੇ ਵਿਚਕਾਰ, ਜਿਹਨੂੰ ਚਗਾਨ ਕਹਿ ਦਿੰਦੇ ਨੇ, ਉੱਥੇ ਕੁਝ ਬਜ਼ੁਰਗ ਬੈਠੇ ਸੀਗੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਾਪੂ ਜੀ, ਆਪਣਾ ਨਾਮ? ਮੇਰਾ ਨਾਮ ਹਰਕੀਮਤ ਸਿੰਘ। ਤੁਹਾਡੇ ਪਿੰਡ ਦੇ ਉੱਤੇ ਅੱਜ ਪੂਰਾ ਪੰਜਾਬ ਮਾਣ ਕਰ ਰਿਹਾ। ਸਾਰੇ ਪਿੰਡਾਂ ਦੇ ਵਿੱਚੋਂ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਜਿਹੜੇ ਫੌਜ ਵਿੱਚ ਬਹੁਤ ਵੱਡੀ ਗਿਣਤੀ ਭਰਤੀ ਹੋ ਰਹੇ ਨੇ, ਕੀ ਕਹੋਗੇ? ਲੋਕ ਹੁਣ ਪੜ੍ਹ ਕੇ ਰੁਜ਼ਗਾਰ ਵਾਸਤੇ ਜਾ ਰਹੇ ਨੇ, ਆਪਦੇ ਰੁਜ਼ਗਾਰ ਲੈਣ ਵਾਸਤੇ। ਉਹਨਾਂ ਨੇ ਇਹ ਰੁਜ਼ਗਾਰ ਦਾ ਸਾਧਨ ਰਹਿ ਗਿਆ ਉਹਨਾਂ ਦਾ। ਹੁਣ ਉਹ ਆਪਦਾ ਜਿਹੜੀ ਪੜ੍ਹਾਈ ਕਰੀ ਹੋਈ ਆ, ਉਹ ਕਹਿੰਦੇ ਵੀ ਚਲੋ ਜਿਹੜੇ ਮਿਲਦਾ ਰੁਜ਼ਗਾਰ ਲੈ ਲਈਏ ਆਪਾਂ। ਹਾਂ, ਬੇਸ਼ੱਕ ਰੁਜ਼ਗਾਰ ਦੀ ਖਾਤਰ ਜਾਂਦੇ ਆ, ਪਰ ਇੱਕ ਗੱਲ ਇਹ ਵੀ ਹੈ ਕਿ ਫੌਜ ਵਿੱਚ ਦੇਖੋ ਸਾਨੂੰ ਫਿਜ਼ੀਕਲ ਟੈਸਟ ਪਾਸ ਕਰਨਾ ਪੈਂਦਾ। ਤੁਹਾਨੂੰ ਇਹ ਵੀ ਲੱਗਦਾ ਹੋਊਗਾ ਵੀ ਪਿੰਡ ਦੇ ਜਿਹੜੇ ਨੌਜਵਾਨ ਨੇ ਨਸ਼ਿਆਂ ਤੋਂ ਬਚ ਗਏ, ਇਹਦੇ ਨਾਲ ਇਹ ਨੌਜਵਾਨ ਪੀੜ੍ਹੀ ਗਰਾਊਂਡ ਵਿੱਚ ਜਾਣ ਲੱਗ ਗਈ, ਇਹਦੇ ਨਾਲ ਇਹ ਬਹੁਤ ਵੱਡਾ ਫਾਇਦਾ ਹੋਇਆ। ਜਿੱਥੇ ਰੁਜ਼ਗਾਰ ਤਾਂ ਮਿਲ ਹੀ ਮਿਲਿਆ, ਜਿਹੜਾ ਬਹੁਤ ਵੱਡਾ ਫਾਇਦਾ ਇਹ ਹੋਇਆ ਪਿੰਡ ਨੂੰ ਕਿ ਇੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੂਰ ਹੋ ਗਈ, ਸਵੇਰੇ ਸ਼ਾਮ ਗਰਾਊਂਡ 'ਚ ਜਾਣ ਲੱਗ ਗਈ। ਕੀ ਕਹੋਗੇ? ਜਿਮ ਲਾਉਂਦੇ ਨੇ ਗਰਾਊਂਡ 'ਚ। ਆਹ ਸਾਰਾ ਇੱਥੇ ਵੀ ਜਿਮ ਲਾਇਆ ਹੋਇਆ, ਇੱਥੇ ਖੋਲ੍ਹਿਆ ਹੋਇਆ ਸਕੂਲ ਹੈ, ਸਕੂਲ ਦੇ ਵਿੱਚ ਗਰਾਊਂਡ ਬਣਿਆ ਹੋਇਆ, ਉਹਦੇ 'ਚ ਵਧੀਆ ਟ੍ਰੇਨਿੰਗ ਆਪਣੀ ਕਰਦੇ ਨੇ, ਪ੍ਰੈਕਟਿਸ। ਉਸ ਕਰਕੇ ਉਹ ਸਿਲੈਕਟ ਹੋ ਜਾਂਦੇ ਨੇ ਜਿਹੜੇ ਜ਼ਿਆਦਾ ਬੰਦੇ। ਜਿਹਦੇ ਵਿੱਚ ਝਟਕ ਜੀ ਲੱਗ ਗਈ, ਉਧਰ ਫਿਰ ਹੋ ਜਾਂਦਾ, ਲੋਕਾਂ ਦਾ ਰੁਝਾਨ ਬਣ ਗਿਆ। ਜਿਸ ਤਰ੍ਹਾਂ ਰੁਝਾਨ ਬਣੀ ਜਾਂਦਾ, ਫਿਰ ਉਸ ਹਿਸਾਬ ਨਾਲ ਉਹ ਭਰਤੀ ਹੋਈ ਜਾਂਦੇ ਨੇ, ਅਤੇ ਉਹ ਮਿਹਨਤ ਕਰਦੇ ਨੇ, ਹੋਈ ਜਾਂਦੇ ਨੇ। ਹਾਂ ਬਾਪੂ ਜੀ, ਤੁਸੀਂ ਕੁਝ ਕਹਿ ਰਹੇ ਸੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿੰਦੇ ਸਾਡੇ ਗਰਾਊਂਡ ਵਧੀਆ ਬਣਿਆ ਹੋਇਆ ਜੀ, ਵੱਡਾ ਸਕੂਲ, ਉੱਥੇ ਭਾਜ ਲੱਗੇ ਨੇ, ਬਾਹਰੋਂ ਵੀ ਮੁੰਡੇ ਆ ਕੇ ਭਾਜਾਂ ਲਾਉਂਦੇ ਆ ਹੈ। ਸਾਡੇ ਫੌਜੀ ਕਿਹੜੇ ਛੁੱਟੀ ਆਉਂਦੇ ਆ, ਉਹਨਾਂ ਨੂੰ ਕੇਲੇ ਛੋ ਵੀ ਵੰਡਦੇ ਆ, ਨਾਲ ਭੱਜਦੇ ਨੇ ਜੀ, ਭਜਾਉਂਦੇ ਵੀ ਨੇ ਨਾਲ ਜੀ। ਹਾਂ, ਤਾਂ ਸਾਡਾ ਪਿੰਡ ਇੰਨੇ ਫੌਜੀ ਜਾਂਦੇ ਆ। ਹਾਂ ਦੇਖੋ, ਫੌਜ 'ਚ ਭਰਤੀ ਹੋਏ ਹਨ, ਹੋਰ ਕੀ ਫਾਇਦੇ ਹੋਏ? ਕੀ ਤੁਹਾਨੂੰ ਕੀ ਲੱਗਦਾ ਜਿਹੜੇ ਫੌਜ ਵਿੱਚ ਭਰਤੀ ਹੋਣ ਦੇ ਨਾਲ ਜਦ ਮੁੰਡੇ ਤਿਆਰੀ ਕਰ ਰਹੇ ਨੇ, ਹੋਰ ਕੀ ਫਾਇਦੇ ਹੋ ਗਏ? ਹੋਰ ਬਹੁਤ ਫੌਜੀ ਇਹੋ ਜਿਹੇ ਨਸ਼ਿਆਂ ਦਾ ਫਾਇਦਾ ਹੋਇਆ ਹੈ। ਅੱਛਾ, ਇੱਕ ਮੁੰਡਾ ਸਾਡਾ ਗੱਡੀ ਦਾ ਡਰਾਈਵਰ ਵੀ ਬਣ ਗਿਆ ਪਿੰਡੋਂ ਹੈ। ਹੋਰ ਬਹੁਤ ਜ਼ਿਆਦਾ ਫਾਇਦੇ ਹੋਏ। ਅੱਛਾ, ਬਾਹਰ ਜਾ ਰਹੇ ਨੇ ਮੁੰਡੇ ਕੁੜੀਆਂ ਸਾਡੇ ਕੈਨੇਡਾ 'ਚ, ਇੱਥੇ ਪੜ੍ਹ ਕੇ ਨੌਕਰੀ ਪੜ੍ਹੇ ਨੇ, ਬਹੁਤ ਜ਼ਿਆਦਾ ਫਾਇਦੇ ਹੋਏ। ਵੱਡਾ ਹਸਪਤਾਲ ਹੈ, ਚੰਗੀ ਵੱਡੀ ਥਾਈ ਵੱਜਦੀ ਹੈ, ਬਹੁਤ ਜ਼ਿਆਦਾ ਸਾਰੇ ਪਿੰਡ ਨੇ ਤਰੱਕੀ ਕਰੀ ਹੈ ਹੋਣ ਵਾਲੇ ਮੁੰਡਿਆਂ ਨੇ। ਹਾਂ ਦੇਖੋ, ਤੁਹਾਡੇ ਪਿੰਡ ਨੇ ਨਾ ਬਹੁਤ ਵੱਡਾ ਮਾਣ, ਅਸੀਂ ਮਾਣ ਕਰਦੇ ਹਾਂ ਤੁਹਾਡੇ ਪਿੰਡ ਦੇ ਉੱਤੇ। ਸਰਕਾਰਾਂ ਕੋਲੋਂ ਤੁਸੀਂ ਕੀ ਉਮੀਦ ਕਰਦੇ ਹੋ? ਪਿੰਡ ਨੂੰ ਹੋਰ ਕੀ ਮਿਲਣਾ ਚਾਹੀਦਾ ਹੈ? ਸਰਕਾਰਾਂ ਤੋਂ ਐਂ ਵੀ ਚੰਗੀ ਆਪਣੀ ਸਹੂਲਤ ਹੋਵੇ ਪਿੰਡ 'ਚ ਹੈ। ਕੋਈ ਆਪ ਗਏ ਇਹ ਪਿਆ ਦੇ ਲੈ, ਤੁਸੀਂ ਦੇਖਦੇ ਹੋ ਖੱਪੜ ਕਮੀ ਖੜੇ ਹੈ, ਕੱਚਾ ਪਿਆ ਥਾਈ, ਵੱਡਾ ਗਰਾਊਂਡ ਹੈ, ਵੱਡੀ ਥਾਈ ਵੱਜਦੀ ਹੈ ਇਹ ਪਈ ਵਿਚਾਲੋਂ ਕੱਚੀ ਆ, ਲਾਮੇ ਗਲੀਆਂ ਬਣ ਗਈਆਂ। ਕੋਈ ਸਰਪੰਚ ਨੇ ਨਹੀਂ ਬਣਾਈ, ਕੋਈ ਸਰਕਾਰ ਨੇ ਨਹੀਂ ਕੁਛ ਕਿਹਾ, ਅਸੀਂ ਰੌਲਾ ਪਾ ਕੇ ਰਹਿ ਗਏ। ਬਾਪੂ ਜੀ, ਤੁਹਾਡਾ ਪਿੰਡ ਰੰਗੜਿਆਲ ਅੱਜ ਪੂਰੇ ਨੈਸ਼ਨਲ ਪੱਧਰ ਤੇ, ਪੰਜਾਬ ਪੱਧਰ ਤੇ ਮਸ਼ਹੂਰ ਹੋਇਆ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਜਵਾਨੀ ਨੇ ਫੌਜ ਭਰਤੀ ਹੋ ਕੇ ਇਸ ਪਿੰਡ ਦਾ ਨਾਂ ਚਮਕਾ ਦਿੱਤਾ ਹੈ। ਕੀ ਕਹੋਗੇ? ਸ਼ਾਬਾਸ਼, ਮੁਬਾਰਕਾਂ। ਕੋਈ ਗੱਲ ਦੱਸ ਪਹਿਲੀ ਇਹਨਾਂ ਨੂੰ। ਗੱਲ ਦੱਸਾਂ ਜੀ, ਹਮਾਰੇ ਵੇਲੇ ਤੋਂ ਜਿਹੜੇ ਇਸ अपने पटियाला रियासत च कोई विद्या नहीं थी, हम तो डेरिया च पढ़े हैं, उधर कोई सर्टिफिकेट नहीं था। अंग्रेजी च जरूर मुंडासे थे,
हमारे वेला कोई स्कूल नहीं था, कोई और नहीं था। हम तो डेरे में पढ़े हैं। ਬੋਲ ਕੇ ਦੱਸ ਹਿੰਦੀ हाँ ਲੱਗ ਗਿਆ ਬੋਲਣਾ। ਅੱਜ ਪੰਜਾਬ ਦੀ ਜਵਾਨੀ ਹੈ ਜਿਹੜੀ ਤੁਹਾਡੇ ਪਿੰਡ ਦੀ ਨਸ਼ਾ ਤੋਂ ਦੂਰ ਹੋ ਚੁੱਕੀ ਹੈ, ਕੀ ਕਹੋਗੇ? वो तो जी हमारे को कोई पता नहीं कि तेरे दिल का हमारे दिल का तुम्हारे को कोई भेद नहीं। ਕੋਈ ਗੱਲ ਨਹੀਂ ਬਾਬੂ, ਪੰਜਾਬੀ ਬੋਲੋ, ਕੋਈ ਦਿੱਕਤ ਨਹੀਂ। ना फिर जने जो तेरे अंदर है और तेरे दिल का मैंने कोई भेद नहीं, मेरे दिल का तेन भेद नहीं भी के बात के ना। ਮੈਨੂੰ ਕਰਮਜੀਤ ਹੈ ਬਾਈ। ਰੰਗੜਿਆਲ ਪਿੰਡ ਬਾਰੇ ਕੀ ਕਹੋਗੇ? ਰੰਡਿਆਲ ਬਾਈ ਮੇਰੀ ਗੱਲ ਤੁਹਾਨੂੰ ਪਤਾ ਕੀ ਆ, ਪਹਿਲੀ ਵਾਰ ਸਕੂਲ ਜਿਹੜਾ ਸਕੂਲ +2 ਦਾ ਬਣ ਗਿਆ ਨਾ, ਉਹਨੇ ਬਹੁਤ ਵੱਡੀ ਤਰੱਕੀ ਕਰਕੇ ਫੌਜ ਦੇ ਮੁੰਡਿਆਂ ਨੂੰ ਗਰਾਊਂਡ ਆ ਸਾਡੇ 800 ਦਾ ਗਰਾਊਂਡ ਮੇਰੇ ਤੋਂ। ਹੁਣ ਜਿਹੜਾ ਪਟਿਆਲੇ ਉੱਥੇ ਗਰਾਊਂਡ ਹੈ ਆਰਮੀ ਦਾ, ਉਹ ਰੰਡਿਆਲ 'ਚ ਬਣਿਆ ਹੋਇਆ। ਰੰਡਿਆਲ ਕਿਉਂਕਿ ਫੌਜ ਦੇ ਇੰਨੇ ਸਾਡੇ ਮੁੰਡੇ ਵਗ ਗਏ, ਕਿਉਂਕਿ ਘਰ 2-2 3-3 ਹੋ ਗਏ ਮੇਰੇ ਤੋਂ। ਸਾਡੇ ਜਿਹੜਾ ਸਕੂਲ ਦੀ ਉਹਨੂੰ ਵੀ ਰਾਸ਼ਟਰੀ ਅਵਾਰਡ ਮਿਲਿਆ ਹੋਇਆ, ਸਕੂਲ ਨੂੰ ਵੀ ਸਾਡੇ ਨੂੰ ਰਾਸ਼ਟਰੀ ਅਵਾਰਡ ਮਿਲਿਆ, ਕਿਉਂਕਿ ਜਿਹੜੇ ਮਾਸਟਰ ਆਏ ਨੇ ਬਹੁਤ ਇਮਾਨਦਾਰ ਨੇ ਮੇਰੇ। ਹੁਣ ਵੀ ਤੁਸੀਂ ਗਰਾਊਂਡ 'ਚ ਜਾਓਗੇ ਤਾਂ 300 ਮੁੰਡਾ ਜਾਂ 400 ਮੁੰਡਾ ਹੁਣ ਵੀ ਟਰਾਇਲ ਲਾਉਣ ਲੱਗ ਰਿਹਾ। ਹੁਣ ਇਹ ਤਿਆਰੀ ਕਰਨ ਵਾਲਾ ਜਿਹੜਾ ਬੀਜ ਹੈ ਉਹ ਕਿਹਨੇ ਬੀਜਿਆ? ਇਹ ਤਾਂ ਜੀ ਮੇਰੀ ਤਿਆਰੀ ਕਰਨ ਵਾਲਾ ਨਾ ਸਾਡੇ ਗੁਰਚਰਨ ਜੀ ਦੀ, ਗੁਰਚਰਨ ਸਿੰਘ ਸਰਪੰਚ ਦੀ, ਜਿਨ੍ਹਾਂ ਨੇ ਸਕੂਲ ਬਣਾਇਆ ਤੇ ਗਰਾਊਂਡ ਦੀ ਉਸਾਰੀ ਕਰੀ, ਤੇ ਹੋਰ ਵੀ ਭਗਵੰਤ ਸਿੰਘ ਨਾਲ ਹੈਗੇ ਤੀ ਮੇਰੇ ਤੋਂ। ਕਿਉਂਕਿ ਇਹਨਾਂ ਨੇ ਲਿਆ ਕੇ ਜਦੋਂ ਸੋਚ ਵਧੀਆ ਤੀ, ਪੜ੍ਹਿਆ ਲਿਖਿਆ ਤੀ, ਪੁਰਾਣਾ, ਉਹਨੇ ਸੋਚ ਲਿਆ ਕੇ ਨਾ ਉਰੇ ਵੀ ਆਪਣਾ ਪਿੰਡ ਤਰੱਕੀ ਕਰੇ। ਸਾਡਾ ਪਿੰਡ ਬਹੁਤ ਪਿਛੜਿਆ ਇਲਾਕਾ ਦੀ ਬਾਈ, ਇੱਥੇ ਕੁਝ ਵੀ ਨਹੀਂ ਬਣਦਾ ਸੀ। ਸਾਰੇ ਮੇਰੇ ਤੋਂ ਤੁਸੀਂ ਹਾਲੇ ਕਣਕ ਵੀ ਸਾਡੇ ਜਮੀ ਨਹੀਂ ਹੁੰਦੀ ਸੀ, ਬਾਜਰਾ ਮੱਕੀ ਹੁੰਦਾ ਸੀ। ਜਿਹੜਾ ਅੱਜ ਨਾ ਬੀਜ ਲਿਆ ਕੇ ਅੱਜ ਤੂੰ ਹਾਲਾ ਕੋਠੀਆਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ, ਤੁਸੀਂ ਹਾਲਾ ਜਿਹੜੀ ਸੱਤ 'ਚ ਬੈਠੇ ਹੋ, ਉਰੇ ਇੱਕ ਮਿਲ ਪਹਿਲਾਂ ਬੈਠਿਆ ਕਰਦੇ, ਇੱਕ ਕਣਕ ਹੁੰਦੀ ਸੀ ਬਾਈ ਜੀ, ਹੋਰ ਤਾਂ ਕੁਝ ਹੁੰਦਾ ਨਹੀਂ ਸੀ। ਮੀਂਹ ਨਾਲ ਬਾਜਰਾ ਵੀ ਜਾਂਦੇ, ਮੱਕੀ ਵੀ ਜਾਂਦੇ। ਹੁਣ ਤੁਸੀਂ ਹਾਲਾ ਸਾਡੇ ਪਿੰਡ ਤੁਸੀਂ ਦੇਖਦੇ ਹੋ, ਫੌਜੀ ਘਰ ਹੋ ਗਿਆ, ਕੋਠੀਆਂ ਹੋ ਗਈਆਂ, ਰੰਗ ਲਾ ਕੇ ਬਾਈ। ਹਾਂ, ਫੌਜ ਵਿੱਚ ਭਰਤੀ ਹੋਏ ਕਈ ਜਿਹੜੇ ਨੌਜਵਾਨ ਨੇ ਤੁਹਾਡੇ ਸ਼ਹੀਦ ਵੀ ਹੋਏ ਨੇ, ਪਰ ਸਾਨੂੰ ਇਹ ਲੱਗ ਰਿਹਾ ਪਿੰਡ ਦੇ ਵਿੱਚ ਅਜੇ ਹੀ ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਹੈ, ਕੀ ਕਹੋਗੇ? ਵੀਰ ਜੀ ਪਤਾ ਕੀ ਗੱਲ ਆ, ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਪਿੰਡ ਦੇ ਤਾਂ ਪੱਧਰ 'ਤੇ ਤਾਂ ਹਰੇਕ ਬੰਦਾ ਕਰਦਾ। ਜਿਹੜਾ ਸਰਕਾਰਾਂ ਜਿਵੇਂ ਐਡਾ ਵੱਡਾ ਪਿੰਡ ਹੈ, ਰਾਸ਼ਟਰੀ ਅਵਾਰਡ ਵੀ ਮਿਲ ਗਿਆ, ਫੌਜੀਆਂ ਦਾ ਪਿੰਡ ਹੈ, ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇੱਧਰ ਵੱਲ ਮੇਰੇ ਨੂੰ। ਕੋਈ ਵੀ ਵਿਚਾਰਾ ਸਰਪੰਚ ਬਣ ਜਾਂਦਾ, ਉਹਨੂੰ ਸਰਕਾਰ ਨਹੀਂ ਦਿੰਦੀ ਵਿਚਾਰਾ, ਆਪਦੇ ਘਰ ਦਾ ਕੋਈ ਲਾਉਂਦਾ ਨਹੀਂ। ਹੁਣ SC 'ਚ ਕੋਠੇ 'ਚ ਆ ਜਾਂਦਾ, ਕੋਈ ਜਰਨਲ ਕੋਠੇ 'ਚ ਆ ਜਾਂਦਾ, ਕੋਈ ਲਾਉਂਦਾ ਨਹੀਂ, ਕੋਈ ਕੁਛ ਆਪ ਕਰ ਜਾਂਦਾ। ਉਹਨੂੰ ਆ ਦੇਖੋ, ਇਹ ਐਡਾ ਵੱਡਾ ਇੱਕ ਮੰਦਿਰ ਤੀ ਉਰੇ, ਜਿਹੜੇ ਲੋਕ ਬੈਠੇ ਕਰਦੀ, ਆਹ ਦੇਖ ਲਓ ਕੱਚੇ ਹਾਲ, ਪੂਰੇ ਹਾਲ ਨੇ। ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖਦੇ ਆ ਲੋਕ, ਆਪਦਾ ਆਪ ਕਰ ਰਹੇ ਨੇ, ਕੋਈ ਸਰਕਾਰਾਂ ਦੀ ਕੋਈ ਉਹ ਹੀ ਨਹੀਂ ਬਾਈ। ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਇਹ ਸਹੂਲਤਾਂ ਹੋਣੀਆਂ ਹੀ ਚਾਹੀਦੀਆਂ ਨੇ? ਸਾਡੇ ਪਿੰਡ ਤਾਂ ਬਾਈ ਮੇਰੇ ਤੁਹਾਨੂੰ ਸਹੂਲਤਾਂ ਪਹਿਲਾਂ ਤਾਂ ਬਹੁਤ ਵਧੀਆ ਸੀ ਮੇਰੇ ਤੁਹਾਨੂੰ ਬਾਈ, ਮਗਰੋਂ ਸਰਕਾਰਾਂ ਨੇ ਸਾਡੇ ਬਾਰਡਰ ਵਾਸ ਡਿਸਪੈਂਸਰੀ ਬਣੀ ਹੋਈ ਸੀ, ਬਾਰਡਰ ਵਾਸਤੇ ਸਾਡੇ ਬਹੁਤ ਵਧੀਆ ਬਣਿਆ, ਸਕੂਲ ਸਾਡੇ ਬਹੁਤ ਵਧੀਆ ਬਣ ਗਿਆ ਸੀ ਮੇਰੇ ਤੋਂ, ਕਿਉਂਕਿ ਸਰਕਾਰਾਂ ਨੇ ਮਗਰੋਂ ਕੁਝ ਦਿੱਤੀ ਨਹੀਂ ਬਾਈ ਮੇਰੇ ਤੋਂ। ਹੁਣ ਕੀ ਕਰੀਏ ਮੇਰੇ ਤੋਂ? ਹੁਣ ਮੇਰੇ ਜਿਵੇਂ ਆਏ ਕੋਸ਼ਿਸ਼ ਤਾਂ ਹਰੇਕ ਬੰਦਾ ਕਰਦਾ ਜਾਣ ਦੀ, ਆਉਣ ਦੀ। ਸਾਡੇ ਪਿੰਡ ਸਕੂਲ ਦਾ ਤੁਸੀਂ ਮਾੜਾ ਸਕੂਲ ਦਾ ਗੇੜਾ ਕੱਢਿਓ, ਸਕੂਲ ਦੇਖਿਓ ਜਾ ਕੇ, ਤੇ ਸਕੂਲ ਦਾ ਦੇਖਿਓ ਵੀ ਕੀ ਹੋਊਗਾ, ਕਿਉਂਕਿ ਪ੍ਰਾਈਵੇਟ ਵੀ ਰੀਸ ਨਹੀਂ ਕਰਦਾ ਸਕੂਲ ਦੀ। ਰੰਗੜਿਆਲ ਪਿੰਡ ਦੇ ਗਰਾਊਂਡ ਵਿੱਚ ਪਹੁੰਚੇ ਆ, ਜਿੱਥੇ ਇੱਕ ਆਰਮੀ ਚੋਂ ਰਿਟਾਇਰ ਹੋਇਆ ਫੌਜੀ ਵੀਰ ਸਿੰਘ ਇਹਨਾਂ ਨੌਜਵਾਨ ਕੁੜੀਆਂ ਨੂੰ ਇਸ ਗਰਾਊਂਡ ਦੇ ਵਿੱਚ ਤਿਆਰੀ ਕਰਵਾ ਰਿਹਾ ਹੈ। ਇਸ ਪਿੰਡ ਉੱਤੇ ਅੱਜ ਬਹੁਤ ਮਾਣ ਹੋ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਮਾਹੌਲ ਸਿਰਜ ਦੇਣਾ,
ਸਾਡੀਆਂ ਧੀਆਂ ਲਈ, ਸਾਡੀਆਂ ਮੁਟਿਆਰ ਕੁੜੀਆਂ ਲਈ ਇੱਕ ਮਾਹੌਲ ਸਿਰਜ ਦੇਣਾ। ਆਲੇ ਦੁਆਲੇ ਦੇ ਗਰਾਊਂਡ ਵਿੱਚ ਇਸ ਪਿੰਡ ਦੇ ਨੌਜਵਾਨ ਮੁੰਡੇ ਫਿਰਦੇ ਨੇ ਤੇ ਨੌਜਵਾਨ ਕੁੜੀਆਂ ਮੇਰੇ ਨਾਲ ਨੇ। ਇਹ ਖੁਸ਼ੀ ਨਾਲ, ਅੱਜ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਪਿੰਡ ਰੰਗੜਿਆਲ ਦੇ ਲੋਕਾਂ ਨੇ ਇੱਕ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਇੱਥੇ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਗਰਾਊਂਡ ਦੇ ਵਿੱਚ ਇਕੱਠੇ ਤਿਆਰੀ ਕਰਦੇ ਨੇ। ਕਰਦੇ ਅਸੀਂ ਇਹਨਾਂ ਧੀਆਂ ਨਾਲ ਗੱਲ ਕਿ ਇਹ ਕੀ ਮਹਿਸੂਸ ਕਰਦੀਆਂ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਿਲਪ੍ਰੀਤ ਕੌਰ ਹੈ। ਦਿਲਪ੍ਰੀਤ, ਕਿੰਨਾ ਚਿਰ ਹੋ ਗਿਆ ਤੈਨੂੰ ਤਿਆਰੀ ਕਰਦੇ ਨੂੰ ਤੇ ਪੜ੍ਹਾਈ ਕੀ ਹੈ? ਮੇਰੀ BA ਕਰੀ ਹੋਈ ਹੈ, ਆਫਟਰ B.Ed ਐਂਡ NTT ਕੀਤੀ ਹੋਈ ਹੈ ਤੇ ਮੈਂ ਇੱਥੇ ਪਿੰਡ ਰੰਗੜਿਆਲ ਵਿਖੇ ਟ੍ਰੇਨਿੰਗ ਕਰ ਰਹੀ ਹਾਂਗੀ। ਲੋਕਲ ਮੈਂ ਪਿੰਡ ਛਾਜਲੀ ਤੋਂ ਹਾਂ। ਇੱਥੇ ਬਹੁਤ ਜ਼ਿਆਦਾ ਵਧੀਆ ਮਾਹੌਲ ਹੈਗਾ ਟ੍ਰੇਨਿੰਗ ਲਈ, ਸੋ ਇਸ ਕਰਕੇ ਮੈਂ ਇਸ ਪਿੰਡ ਵਿੱਚ ਟ੍ਰੇਨਿੰਗ ਕਰਨ ਲਈ ਆਈ ਹਾਂ ਸਪੈਸ਼ਲ। ਇੱਥੇ ਸਾਨੂੰ ਫਿਜ਼ੀਕਲ ਫਿਟਨੈਸ ਦੀ ਬਹੁਤ ਜ਼ਿਆਦਾ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਵੇਰ ਅਸੀਂ ਆਉਂਦੇ ਹਾਂ 4 ਵਜੇ ਤੇ 6:30 ਵਜੇ ਨੂੰ ਵਾਪਸ ਜਾਂਦੇ ਹਾਂਗੇ। ਇੱਥੇ ਅਸੀਂ ਰਨਿੰਗ ਕਰ ਦਿਆਂਗੇ, ਐਕਸਰਸਾਈਜ਼ਸ ਕਰ ਦਿਆਂਗੇ। ਕੋਚ ਸਾਹਿਬ ਸਾਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮਤਲਬ ਟ੍ਰੇਨਿੰਗ ਦਿੰਦੇ ਨੇਗੇ, ਜਿਹਦੇ ਨਾਲ ਸਾਨੂੰ ਅੱਗੇ ਪੁਲਿਸ ਵਿੱਚ ਜਾਂ ਆਰਮੀ ਵਿੱਚ ਕੁੜੀਆਂ ਨੂੰ ਸਿਲੈਕਸ਼ਨ ਹੋਣ ਲਈ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਤੇ ਸਾਨੂੰ ਫਿਜ਼ੀਕਲ ਫਿਟ ਰਹਿਣ ਲਈ ਵੀ ਮਦਦ ਮਿਲਦੀ ਹੈਗੀ ਇਸ ਨਾਲ। ਸਾਜਲੀ ਪਿੰਡ ਤੋਂ ਰੰਗੜਿਆਲ ਪਿੰਡ ਦੀ ਚੋਣ ਕਰਨਾ ਕੋਈ ਖਾਸ ਵਜ੍ਹਾ ਕੀ ਪਤਾ ਲੱਗਿਆ ਸੀ, ਕਿਵੇਂ ਪਤਾ ਲੱਗਿਆ ਸੀਗਾ? ਇੱਕ ਤਾਂ ਜੀ ਸਰ ਇੱਥੇ ਪਤਾ ਲੱਗਿਆ ਵੀ ਇੱਥੇ ਟ੍ਰੇਨਿੰਗ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਕਰਵਾਈ ਜਾਂਦੀ ਹੈ, ਸੋ ਇਹੀ ਪਹਿਲਾਂ ਤਾਂ ਇਹੀ ਰੀਜ਼ਨ ਸੀ ਵੀ ਚੁਣਿਆ। ਦੂਸਰਾ ਸਰ ਕੋਚ ਸਾਹਿਬ ਦਾ ਨੇਚਰ ਵੀ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਕਰਵਾ ਰਹੇ ਨੇਗੇ ਇਹ ਸਾਨੂੰ ਐਕਸਰਸਾਈਜ਼ਸ, ਤੇ ਇਹਨਾਂ ਦਾ ਆਪ ਵੀ ਬਹੁਤ ਜ਼ਿਆਦਾ ਵਧੀਆ ਫਿਜ਼ੀਕਲੀ ਫਿੱਟ ਨੇ ਤੇ ਇਹਨਾਂ ਦੀ ਟ੍ਰੇਨਿੰਗ ਦੇਣ ਦਾ ਢੰਗ ਹੀ ਬਹੁਤ ਜ਼ਿਆਦਾ ਵਧੀਆ ਸਰ, ਇਸ ਲਈ ਇਸ ਜਗ੍ਹਾ ਦੀ ਚੋਣ ਕਰੀ ਆ। ਜਿਹੜੀ ਗੱਲ ਮੈਂ ਆਲੇ ਦੁਆਲੇ ਗਰਾਊਂਡ ਵਿੱਚ ਦੇਖ ਰਿਹਾ, ਇਹ ਖੁਸ਼ੀ ਵਾਲੀ ਗੱਲ ਹੈ ਕਿ ਇਕੱਠੇ ਸਾਰੇ ਮੁੰਡੇ ਕੁੜੀਆਂ ਇਕੱਠੇ ਤਿਆਰੀ ਕਰ ਰਹੇ ਨੇ। ਕੋਈ ਇਸ ਤਰ੍ਹਾਂ ਦੀ ਕਦੇ ਕੋਈ ਸਮੱਸਿਆ ਤਾਂ ਨਹੀਂ ਹੋਈ ਤੁਹਾਨੂੰ? ਕੀ ਮਹਿਸੂਸ ਕਰਦੇ ਗਰਾਊਂਡ ਦੇ ਵਿੱਚ ਆ ਕੇ? ਸਰ ਬਹੁਤ ਵਧੀਆ ਮਹਿਸੂਸ ਕਰਦੇ ਆ, ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕਿਉਂਕਿ ਸਰ ਸਮਾਜ ਵਿੱਚ ਮੁੰਡੇ ਤੇ ਕੁੜੀਆਂ ਨੇ ਇਕੱਠੇ ਵਿਚਰਨਾ ਹੁੰਦਾ ਹੈਗਾ। ਜੇ ਅਸੀਂ ਹੁਣ ਉਰੇ ਗਰਾਊਂਡ ਵਿੱਚ ਸੰਗੀ ਜਾਵਾਂਗੇ ਵੀ ਹਾਂ ਬॉयਜ਼ ਨੇਗੇ ਤਾਂ ਇਹ ਵਧੀਆ ਨਹੀਂ ਰਹੇਗਾ, ਇਹਦੇ ਨਾਲ ਸਾਡੇ ਅੰਦਰ ਹੀ ਮਤਲਬ ਲੋ ਜਿਹੀ ਫੀਲਿੰਗ ਆਉਂਦੀ ਹੈ। ਸੋ ਸਾਨੂੰ ਗਰਾਊਂਡ ਵਿੱਚ ਆ ਕੇ ਇਹ ਚੀਜ਼ ਦਾ ਵੀ ਸਿੱਖਣ ਨੂੰ ਮੌਕਾ ਮਿਲਦਾ ਹੈਗਾ ਵੀ ਹਾਂ ਮੁੰਡੇ ਕੁੜੀਆਂ ਨੇ ਸਮਾਜ 'ਚ ਵੀ ਇਕੱਠੇ ਰਹਿਣਾ। ਸੋ ਆਪਾਂ ਗਰਾਊਂਡ 'ਚ ਵੀ ਜੇ ਇਕੱਠੇ ਹੀ ਪ੍ਰੈਕਟਿਸ ਕਰੀਏ ਤਾਂ ਵਧੀਆ, ਸਾਨੂੰ ਇੱਕ ਦੂਜੇ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਵੀ ਬॉयਜ਼ ਨੂੰ ਦੇਖ ਕੇ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ ਵੀ ਹਾਂ ਉਹ ਸਾਡੇ ਤੋਂ ਕੀ ਬੈਟਰ ਕਰਦੇ ਨੇ ਜਾਂ ਅਸੀਂ ਆਪਣੇ 'ਚ ਉਹਨਾਂ ਨੂੰ ਦੇਖ ਕੇ ਅਸੀਂ ਉਹਨਾਂ 'ਚ ਕੀ ਇੰਪਰੂਵਮੈਂਟ ਲਿਆ ਸਕਦੇ ਆਂਗੇ ਆਪਣੇ ਆਪ ਵਿੱਚ। ਦੋਸਤੋ, ਗੱਲਾਂ ਦੇ ਵਿੱਚੋਂ ਪਤਾ ਲੱਗ ਰਿਹਾ ਹੈ ਕਿ ਇਸ ਗਰਾਊਂਡ ਦੇ ਵਿੱਚੋਂ ਇਹ ਲੜਕੀਆਂ ਕੀ ਸਿੱਖ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਕਿ ਸਰੀਰਕ ਤੌਰ ਤੇ ਨਾਲ ਸਾਡੀ ਜਿਹੜਾ ਮਾਨਸਿਕ ਸੰਤੁਲਨ ਹੈ ਜਾਂ ਸਾਡੀ ਮਾਨਸਿਕ ਸਿਹਤ ਹੈ ਉਹ ਚੰਗੀ ਹੋਣੀ ਚਾਹੀਦੀ ਹੈ। ਸਾਡੀ ਸੋਚ, ਸਾਡੀ ਵਿਚਾਰਧਾਰਾ, ਸਾਡਾ ਰਹਿਣ ਸਹਿਣ ਇਹਨਾਂ ਗਰਾਊਂਡਾਂ ਦੇ ਵਿੱਚੋਂ ਇਹਨਾਂ ਲੜਕੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਮੇਰੇ ਨਾਲ ਹੋਰ ਲੜਕੀਆਂ ਨੇਗੀਆਂ, ਗੱਲ ਕਰਦੇ ਹਾਂ। ਕੀ ਨਾਮ ਬੇਟਾ? ਲਵਪ੍ਰੀਤ ਕੌਰ ਜੀ। ਕਿਹੜਾ ਪਿੰਡ ਹੈ? ਆਲਮਪੁਰੀ। ਆਲਮਪੁਰ ਜ਼ਿਲ੍ਹਾ ਸੰਗਰੂਰ। ਆਲਮਪੁਰ ਤੋਂ ਰੰਗੜਿਆਲ ਆਉਣਾ ਕਿਹਨੇ ਦੱਸ ਪਾਈ ਸੀ? ਸਿਸਟਰ, ਇਹ ਮੇਰੀ ਸਿਸਟਰ ਨੇ, ਇਹਨਾਂ ਨੇ ਦੱਸ ਪਾਈ ਸੀ। ਤੇ ਰੀਅਲ ਸਿਸਟਰ ਨੇ? ਜੀ ਨਹੀਂ, ਮਾਸੀ ਦੀ ਕੁੜੀ ਹੈ। ਓਕੇ, ਅੱਛਾ, ਇੱਥੇ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ? ਸਰ ਸਾਨੂੰ 15 ਕੁ ਦਿਨ ਹੋਏ ਨੇ। ਹਾਂ, ਪੜ੍ਹਾਈ ਕੀ ਕੁਝ ਕੀਤਾ ਹੋਇਆ ਹੈ? ਜੀ ਮੈਂ BA ਕੀਤੀ ਹੋਈ ਹੈ। ਹੁਣ ਇੱਥੇ ਕਾਹਦੀ ਤਿਆਰੀ ਕਰ ਰਹੇ ਹੋ? ਪੁਲਿਸ ਦੀ, ਪੰਜਾਬ ਪੁਲਿਸ। ਹਾਂ, ਫਿਜ਼ੀਕਲ ਦੇ ਨਾਲ ਨਾਲ ਫਿਰ ਪੇਪਰ ਦੀ ਤਿਆਰੀ ਕਿੱਥੇ ਕਰ ਰਹੇ ਹੋ? ਸਰ ਪੇਪਰ ਦੀ ਤਿਆਰੀ ਘਰ ਹੀ ਚੱਲ ਰਹੀ ਹੈ ਜੀ। ਸੈਲਫ ਸਟੱਡੀ ਹੈ ਜੀ। ਹਾਂ ਗੁੜੀਆ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਕੁਲਵੀਰ ਕੌਰ ਹੈ ਜੀ। ਕੀ ਕੁਝ ਕੀਤਾ ਪੜ੍ਹਾਈ ਦੇ ਵਿੱਚ? 12ਵੀਂ ਪੜ੍ਹ ਰਹੇ ਹਾਂ, ਹਲੇ 12ਵੀਂ 'ਚ। ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ? ਅਸੀਂ ਆਰਮੀ ਦੀ। ਹਾਂ, ਕੀ ਨਾਮ ਹੈ ਤੁਹਾਡਾ? ਸਰ ਸੁਖਦੀਪ। ਸੁਖਦੀਪ, ਕਿਹੜਾ ਪਿੰਡ ਹੈ? ਰੰਗੜਿਆਲ। ਤੇਰੇ ਪਿੰਡ ਦੇ ਅੱਜ ਬਹੁਤ ਸਾਰੇ ਨੇੜੇ ਨੌਜਵਾਨ ਫੌਜ ਵਿੱਚ ਭਰਤੀ ਹੋ ਗਏ ਨੇ, ਕੀ ਕਹੇਂਗੀ? ਸਰ ਬਹੁਤ ਵਧੀਆ ਜੀ। ਇਸ ਲਈ ਮੇਰੇ ਪਾਪਾ ਨੇ, ਜਿਹੜੇ ਵੱਡੇ ਪਾਪਾ, ਉਹ ਵੀ ਆਰਮੀ 'ਚ ਹੀ ਨੇਗੇ। ਮੈਨੂੰ ਉਹਨਾਂ ਨੇ ਵੀ ਕਿਹਾ ਸੀ ਵੀ ਤੂੰ ਵੀ ਭੱਜ ਰਿਹਾ ਕਰ। ਮੇਰੀ ਤਾਂ ਨਾਲੇ ਏਜ ਵੀ ਨਹੀਂ ਆਉਂਦੀ, ਨਾਲੇ ਮੈਂ 9th ਕਲਾਸ 'ਚ ਹੀ ਹਾਂ, ਹਲੇ ਤਾਂ ਵੀ ਆ ਜਾਣੀ ਆ। ਤੁਹਾਡੇ ਪਿੰਡ ਰੰਗੜਿਆਲ 'ਚੋਂ ਕਿਹੜੇ ਕਿਹੜੇ ਨੇ? ਹੱਥ ਖੜੇ ਕਰੋ। ਤੇ ਰੰਗੜਿਆਲ ਦੇ ਤੁਹਾਡਾ ਕੋਈ ਜਿਹਦਾ ਭਰਾ ਫੌਜ 'ਚ ਭਰਤੀ ਹੋਇਆ ਉਹ ਕੌਣ ਹੈ? ਸਰ ਪਾਪਾ ਨੇ। ਕੀ ਨਾਮ ਉਹਨਾਂ ਦਾ? ਨਿਰਮਲ ਸਿੰਘ। ਅੱਛਾ, ਜਦੋਂ ਤੁਹਾਡੇ ਪਿੰਡ ਬਾਰੇ ਲੋਕ ਗੱਲਾਂ ਕਰਦੇ ਨੇ ਨਾ ਅਖਬਾਰਾਂ ਵਿੱਚ, ਜਾਂ ਅਸੀਂ ਆਏ ਹੋਏ ਹਾਂ ਜਾਂ ਹੋਰ ਵੀ ਮੀਡੀਆ ਕਰਮੀ ਆਉਂਦੇ ਹੋਣਗੇ, ਉਦੋਂ ਕੀ ਮਹਿਸੂਸ ਹੁੰਦਾ ਹੈ? ਸਾਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਹੋਰ ਪਿੰਡਾਂ ਦੇ ਲੋਕ ਕਹਿੰਦੇ ਨੇ ਰੰਗੜਿਆਲ ਫੌਜੀਆਂ ਦਾ ਪਿੰਡ ਹੈਗਾ। ਜ਼ਿਆਦਾਤਰ ਲੋਕ ਰੰਗੜਿਆਲ ਨੂੰ ਫੌਜੀਆਂ ਦੇ ਪਿੰਡ ਤੋਂ ਹੀ ਜਾਣਦੇ ਨੇਗੇ। ਬਸ ਸਰ, ਗਰਾਊਂਡ ਦੇ ਵਿੱਚ ਆਉਂਦੇ ਹੋ, ਮੈਨੂੰ ਲੱਗਦਾ ਵੀ ਬੇਸ਼ੱਕ ਚਲੋ ਗਰਾਊਂਡ ਕੋਚ ਦੀ ਵਜ੍ਹਾ ਕਾਰਨ ਇੱਥੋਂ ਦੀ ਪੰਚਾਇਤ ਤੇ ਸਿਸਟਮ ਕੁਛ ਹੱਦ ਤੱਕ ਠੀਕ ਹੈ ਦੂਸਰੇ ਪਿੰਡਾਂ ਨਾਲੋਂ, ਪਰ ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਤਿਆਰੀ ਕਰਦੇ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਹੋਰ ਹੋਣੀਆਂ ਚਾਹੀਦੀਆਂ ਨੇਗੀਆਂ? ਕੀ ਲੜਕੀਆਂ ਲਈ ਜਿੰਮ ਹੈ ਜਿਹੜੀ ਅਵੇਲੇਬਲ ਹੈ, ਜਾਂ ਲੜਕੀਆਂ ਲਈ ਜੋ ਹੋਰ ਸੁੱਖ ਸਹੂਲਤਾਂ ਜਿਹੜੀਆਂ ਅਸੀਂ ਸਰਕਾਰ ਤੋਂ ਕੀ ਮੰਗ ਕਰ ਸਕਦੇ ਹਾਂ?
ਸਰ ਇੱਥੇ ਵੈਸੇ ਤਾਂ ਫੈਸਿਲਿਟੀਜ਼ ਹੈਗੀਆਂ ਨੇ, ਬਟ ਵੀ ਸਮੇਂ ਦੀ ਲੋੜ ਮੁਤਾਬਿਕ ਸਾਨੂੰ ਹੋਰ ਵੀ ਜ਼ਿਆਦਾ ਬਹੁਤ ਫੈਸਿਲਿਟੀਜ਼ ਦੀ ਜ਼ਰੂਰਤ ਹੈ। ਜਿਵੇਂ ਕਿ ਸਰ ਜਿਮ ਹੈਗਾ, ਜਿਹੜਾ ਜਿਮ ਇਸ ਟਾਈਮ ਇੱਥੇ ਪ੍ਰੋਵਾਈਡ ਨਹੀਂ ਹੈਗਾ, ਸੋ ਜਿਮ ਵੀ ਲੜਕੀਆਂ ਲਈ ਹੋਣਾ ਇੱਥੇ ਬਹੁਤ ਜ਼ਰੂਰੀ ਹੈਗਾ। ਸੋ ਸਰਕਾਰ ਨੂੰ ਚਾਹੀਦਾ ਵੀ ਇੱਥੇ ਵੱਧ ਤੋਂ ਵੱਧ ਫੈਸਿਲਿਟੀਜ਼ ਕਰੇ, ਕਿਉਂਕਿ ਲੜਕੀਆਂ ਨੂੰ ਸਰ ਵੀ ਹੋਰ ਕਿਤੇ ਦੂਰ ਜਾਣਾ ਔਖਾ ਹੁੰਦਾ। ਜੇ ਆਪਾਂ ਗਰਾਊਂਡ ਦੇ ਵਿੱਚ ਆਏ ਹੁੰਨੇ ਆਂਗੇ ਤਾਂ ਨਾਲ ਦੀ ਨਾਲ ਜੇ ਲੜਕੀਆਂ ਜਿਮ ਜਾਣ ਤਾਂ ਵਧੀਆ ਹੈਗਾ, ਤੇ ਹੋਰ ਵੀ ਮਤਲਬ ਐਕਸਰਸਾਈਜ਼ਸ ਕਰਨ ਲਈ ਜਿਹੜੀਆਂ ਸਹੂਲਤਾਂ ਨਹੀਂ ਆ ਉਹ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਨਹੀਂ ਆ। ਬੇਸ਼ੱਕ ਗਰਾਊਂਡ ਦੇ ਵਿੱਚ ਬਹੁਤ ਕੁਝ ਹੈ, ਪਰ ਅਜੇ ਬਹੁਤ ਕੁਝ ਬਾਕੀ ਹੈ। ਸਮੇਂ ਦੀਆਂ ਸਰਕਾਰਾਂ ਤੋਂ ਇਸ ਗਰਾਊਂਡ ਵੱਲ, ਇਸ ਪਿੰਡ ਵੱਲ ਝਾਕਣ ਦੀ ਲੋੜ ਹੈ ਕਿ ਇਸ ਪਿੰਡ ਨੇ ਦੇਸ਼ ਨੂੰ ਬਹੁਤ ਕੁਝ ਦੇ ਦਿੱਤਾ ਹੈ। ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਸ ਪਿੰਡ ਨੂੰ ਜਿਹੜੀਆਂ ਹੋਰ ਸੁੱਖ ਸਹੂਲਤਾਂ ਨੇ ਉਹ ਦਿੱਤੀਆਂ ਜਾਣ। ਸੋ ਮਿਲਦੇ ਆ ਇਸ ਤੋਂ ਬਾਅਦ, ਸਾਡੇ ਨੌਜਵਾਨ ਮੁੰਡੇ ਖੜੇ ਨੇ ਗਰਾਊਂਡ ਦੀ ਤਿਆਰੀ ਕਰ ਰਹੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਮੇਰੇ ਨਾਲ ਇਸ ਗਰਾਊਂਡ ਦੇ ਵਿੱਚ ਜਿਹੜੇ ਕੋਚ ਨੇ ਜੋ ਤਿਆਰੀ ਕਰਵਾਉਂਦੇ ਨੇ, ਵੀਰ ਸਿੰਘ ਜੀ ਰਿਟਾਇਰਡ ਫੌਜੀ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਵੀਰ ਸਿੰਘ ਜੀ, ਕਦੋਂ ਰਿਟਾਇਰ ਹੋ ਕੇ ਆਏ ਸੀ ਤੇ ਫਿਰ ਇੱਧਰ ਕਿਵੇਂ ਆਉਣਾ ਹੋਇਆ? ਸਰ ਮੈਂ 2020 ਦੀ ਜਨਵਰੀ ਨੂੰ ਰਿਟਾਇਰ ਹੋ ਕੇ ਆਇਆ ਸੀਗਾ ਸਰ, 17 ਸਾਲ ਨੌਕਰੀ ਕਰਨ ਤੋਂ ਬਾਅਦ ਜੀ। ਉਦੋਂ ਬਾਅਦ ਸਰ ਮੈਂ ਪਹਿਲਾਂ ਵੀ ਗਰਾਊਂਡ ਨਾਲ ਜੁੜਿਆ ਰਿਹਾ ਸਰ, ਆਰਮੀ ਦੇ ਵਿੱਚ ਵੀ ਗੇਮ ਕਰਦਾ ਰਿਹਾ, ਇੱਥੇ ਵੀ ਮੈਂ ਗੇਮ ਕਰਕੇ ਗਿਆ ਸੀਗਾ ਸਰ। ਫਿਰ ਇਹੀ ਦਿਲ ਦੇ ਵਿੱਚ ਸੀਗਾ ਜੀ ਜੋ ਆਪਾਂ ਨੂੰ ਆਉਂਦਾ ਜੀ ਉਹ ਅੱਗੇ ਦੂਜਿਆਂ ਨੂੰ ਦੱਸੀਏ ਜੀ, ਜਿਹਦੇ ਨਾਲ ਬੱਚੇ ਕੀ ਨਸ਼ੇ ਤੋਂ ਦੂਰ ਰਹਿਣ, ਕੋਈ ਆਪਾਂ ਇੱਕ ਅੱਧਾ 2-4 ਬੱਚੇ ਜੀ ਉੱਪਰ ਤੱਕ ਲੈ ਜਾ ਸਕੀਏ। ਪਿੰਡਾਂ ਦੇ ਵਿੱਚ ਬਹੁਤ ਸਮੱਸਿਆਵਾਂ ਹੁੰਦੀਆਂ ਨੇਗੀਆਂ, ਆਮ ਤੌਰ ਤੇ ਪਿੰਡ ਦੇ ਬੰਦੇ ਨੂੰ ਲੋਕ ਐਕਸੈਪਟ ਨਹੀਂ ਕਰਦੇ ਛੇਤੀ। ਬਹੁਤ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਹੈਗੇ ਨੇ, ਪਰ ਤੁਹਾਡੇ ਵਰਗਾ ਖੂਬਸੂਰਤ ਜਿਹੜਾ ਮਾਹੌਲ ਹੈ ਇਸ ਤਰ੍ਹਾਂ ਨਹੀਂ ਸਿਰਜਿਆ ਜਾ ਸਕਿਆ ਅਜੇ ਤੱਕ। ਤੁਸੀਂ ਇਹ ਮਾਹੌਲ ਕਿਵੇਂ ਸਿਰਜ ਪਾਏ? ਕਿਉਂਕਿ ਸਰ ਮੈਨੂੰ ਪਤਾ ਵੀ ਕੀ ਸਮੱਸਿਆ ਆਉਂਦੇ ਨੇ ਜੀ। ਮੈਂ ਇੱਥੋਂ ਗੁਜ਼ਰ ਕੇ ਗਿਆ ਸਰ, ਜਦੋਂ ਛੁੱਟੀ ਆਉਂਦੇ ਉਦੋਂ ਵੀ ਦੇਖਦੇ ਕੀ ਮਾਹੌਲ ਹੈ ਜੀ।
ਬਾਕੀ ਕੀ ਹੈ ਜੀ ਸਰ, ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ ਆਪਣਾ ਪਿਆਰ ਬਣਾ ਕੇ ਰੱਖਿਆ ਜੀ ਹਰੇਕ ਬੱਚੇ ਨਾਲ। ਜਿਹਨੂੰ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਸਰ ਉਹਦੇ ਨਾਲ ਖੜੀਦਾ ਜੀ। ਕੋਈ ਵੀ ਪ੍ਰੋਬਲਮ ਆਉਂਦੀ ਹੈ ਘਰ ਸਾਈਡ ਤੋਂ ਕਿਸੇ ਸਾਈਡ ਤੋਂ, ਉਹਦੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ। ਇਸ ਕਰਕੇ ਇਹਨਾਂ ਦੇ ਦਿਲਾਂ 'ਚ ਜੋ ਵੀ ਮਾਲਕ ਦੀ ਕਿਰਪਾ ਨਾਲ ਸਰ ਇਹਨਾਂ ਦੇ ਦਿਲਾਂ 'ਚ ਪਿਆਰ ਬਣਿਆ ਹੋਇਆ ਜੀ। ਉਹਦੇ ਕਰਕੇ ਕੋਈ ਵੀ ਆਪਾਂ ਕੁਛ ਕਹਿੰਦੇ ਆ ਜੀ, ਹਰੇਕ ਬੱਚਾ ਸਪੋਰਟ ਕਰਦਾ ਜੀ। ਪਿੰਡ ਦੇ ਬਹੁਤ ਸਾਰੇ ਨੌਜਵਾਨ ਭਰਤੀ ਹੋ ਗਏ ਫੌਜ ਦੇ ਵਿੱਚ, ਹੋ ਰਹੇ ਨੇ, ਹੋ ਚੁੱਕੇ ਨੇ। ਢਿੱਡ ਦੀ ਭੁੱਖ ਹੈ ਜਾਂ ਦੇਸ਼ ਵਿੱਚ ਸੇਵਾ ਕਰਨਾ ਚਾਹ? ਸਰ ਸੇਵਾ ਕਰਨਾ ਚਾਹੇ ਸਰ 1 ਵੀ ਰੁਪਈਆ ਨਹੀਂ ਇਹਨਾਂ ਤੋਂ ਲਈਦਾ ਜੀ। ਬੂਟ, ਟੀ-ਸ਼ਰਟਾਂ, ਲੋਅਰ ਵਗੈਰਾ, ਕੇਲੇ, ਛੋਲੇ ਆਪਣੇ ਕੋਲੋਂ ਦੇਈਦਾ ਸਰ। ਕੋਈ ਰੁਪਏ ਚਾਰਜ ਨਹੀਂ ਲਈਦਾ ਇਹਨਾਂ। ਸਰ ਸਵੇਰੇ 4 ਵਜੇ ਪਹਿਲਾਂ ਕੁੜੀਆਂ ਆਉਂਦੀਆਂ ਨੇ ਜੀ, ਤੇ ਉਸ ਤੋਂ ਬਾਅਦ 5:30 ਤੋਂ ਬਾਅਦ ਮੁੰਡਿਆਂ ਦਾ ਟਾਈਮ ਹੁੰਦਾ ਜੀ। ਕੋਈ ਰੁਪਈਆ ਨਹੀਂ ਲਈਦਾ ਸਰ ਕਿਸੇ ਤੋਂ ਜੀ। ਹਾਂ, ਪਿੰਡ ਦੇ ਲੋਕ ਫਿਰ ਸਹਿਯੋਗ ਕਰਦੇ ਨੇ ਸਾਰੇ? ਅਸੀਂ ਪਿੰਡ ਦੇ ਵੀ ਕਰਦੇ ਨੇ ਸਰ ਜਦੋਂ ਜ਼ਰੂਰਤ ਪੈਂਦੀ ਹੈ। ਲੇਕਿਨ ਨੇਕੀ ਫਾਊਂਡੇਸ਼ਨ ਹੈ ਸਰ ਬੁਢਲਾਡਾ ਜੋ ਆਪਣੀ, ਉਹ ਆਪਣੀ ਸਪੋਰਟ ਕਰਦੀ ਹੈ ਜੀ। ਜਦੋਂ ਵੀ ਜ਼ਰੂਰਤ ਪੈਂਦੀ ਹੈ ਸਰ ਆਪਾਂ ਨੂੰ ਨੇਕੀ ਫਾਊਂਡੇਸ਼ਨ ਆਪਣੇ ਨਾਲ ਖੜੀ ਹੈ ਜੀ। ਨੇਕੀ ਫਾਊਂਡੇਸ਼ਨ ਨੇ ਕਿਸ ਤਰ੍ਹਾਂ ਦੇ ਹੁਣ ਤੱਕ ਜਿਹੜੇ ਸਹਿਯੋਗ ਨੇ ਇਸ ਪਿੰਡ ਨੂੰ ਕੀਤੇ ਨੇ? ਕਿਸੇ ਤਰ੍ਹਾਂ ਦੇ ਵੀ ਸਰ ਆਪਣੇ ਜਿਹੜੇ ਬੱਚਿਆਂ ਵਾਸਤੇ ਲੋਅਰਾਂ, ਟੀ-ਸ਼ਰਟਾਂ ਆਪਾਂ ਲੈ ਕੇ ਆਏ ਸਰ, ਜਾਂ ਆਪਣੇ ਕੇਲੇ ਛੋਲੇ, ਉਹਨਾਂ 'ਚ ਵੀ ਪੂਰਾ ਸਹਿਯੋਗ ਹੈ ਜੀ। ਹੁਣ ਆਪਣੇ 22 ਤਰੀਕ ਨੂੰ ਸਰ ਟੂਰਨਾਮੈਂਟ ਹੋਣ ਜਾ ਰਿਹਾ, ਉਹਨਾਂ 'ਚ ਵੀ ਨੇਕੀ ਫਾਊਂਡੇਸ਼ਨ ਦਾ ਪੂਰਾ ਸਹਿਯੋਗ ਹੈ ਸਰ। ਉਹਨਾਂ ਦੇ ਪ੍ਰਾਈਜ਼ ਵਗੈਰਾ ਵੀ ਉਹ ਫੁੱਲ ਹੈਲਪ ਕਰ ਰਹੇ ਨੇ ਆਪਣੀ ਸਰ। ਹਾਂ, ਇਸ ਪਿੰਡ ਦੇ ਨੌਜਵਾਨ ਲਗਭਗ ਕਿੰਨੀ ਕੁ ਆਬਾਦੀ ਹੈ? ਕਿੰਨੇ ਕੁ ਨੌਜਵਾਨ ਹੈ ਜਿਹੜੇ ਹੁਣ ਤੱਕ ਭਰਤੀ ਹੋ ਚੁੱਕੇ ਨੇ? ਇੱਥੇ ਲਗਭਗ 13-1400 ਦੀ ਆਬਾਦੀ ਹੈ ਜੀ। ਲਗਭਗ ਆਪਣੇ 250 ਮੁੰਡਾ ਇਸ ਟਾਈਮ ਤੇ ਜੌਬ ਕਰ ਰਿਹਾ ਸਰ। ਪਿਛਲੇ ਸਾਲ ਮੈਂ ਕੈਂਪ ਲਾਇਆ ਸੀਗਾ, ਉਹਦੇ ਵਿੱਚੋਂ 21 ਮੁੰਡੇ ਆਪਣੇ ਆਪਣੇ ਪਿੰਡ ਦੇ ਪੇਪਰ 'ਚ ਨੇ ਜੀ। ਬਾਕੀ 10 ਕਰਨ ਵਾਲੇ ਜਿਹੜੇ ਆਪਣੇ ਨੇੜੇ ਪਿੰਡ ਨੇ ਜੀ, ਉਹਨਾਂ ਦੇ ਲਗਭਗ 60-70 ਜਵਾਨ ਜਿਹੜੇ ਇਸ ਟਾਈਮ ਤੇ ਪੇਪਰ ਦੇ ਵਿੱਚ ਨੇ ਜੀ। ਹਾਂ, 13-1400 ਦਾ ਵੋਟ ਹੋਣੀ ਪਿੰਡ ਦੀ। ਹਾਂਜੀ। ਆਬਾਦੀ ਤਾਂ 5-6000 ਹੋਊਗੀ। ਹੋਰ ਹੋਇਆ ਨਹੀਂ ਜੀ। ਕਿੰਨੇ ਨੌਜਵਾਨ ਭਰਤੀ ਹੋਏ ਨੇ? 250 ਦੇ ਲਗਭਗ ਹੈਗਾ ਜੀ। 21 ਇਸ ਟਾਈਮ ਤੇ ਪੇਪਰ 'ਚ ਨੇ ਜੀ ਆਪਣੇ ਆਪਣੇ ਪਿੰਡ ਦੇ ਜੀ। ਕੀ ਕਹੋਗੇ ਜਿਹੜਾ ਇਹ ਬੀਜ ਹੈ ਕਿਹਨੇ ਬੀਜਿਆ ਸੀ ਅਸਲ ਦੇ ਵਿੱਚ? ਇਹ ਸਰ ਆਪਣੇ ਸੀ ਸਰਜੀਤ ਸਿੰਘ ਸੀਗੇ, ਉਹਨਾਂ ਨੇ ਸਰ ਇਹ ਚਾਲਨਾ ਚੱਲੀ ਸ਼ੁਰੂ 'ਚ। ਉਹ ਸਰ ਬੱਚਿਆਂ ਨੂੰ ਸਕੂਲ ਦੇ ਵਿੱਚ ਪ੍ਰਾਈਜ਼ ਵੰਡਦੇ ਸੀਗੇ, ਉਹਨਾਂ ਨੂੰ ਖੇਡਾਂ ਨਾਲ ਪ੍ਰੇਰਿਤ ਕਰਦੇ। ਉਦੋਂ ਬਾਅਦ ਹੌਲੀ ਸਰ ਚੱਲਦਾ ਗਿਆ, ਜਿਵੇਂ ਸਾਡੇ ਵੱਡੇ ਵਡੇਰੇ ਕਰਦੇ ਗਏ, ਉਹਨੂੰ ਦੇਖ ਕੇ ਸਰ ਅਸੀਂ ਚੱਲਦੇ ਰਹੇ ਹਾਂ। ਪਿੰਡ 'ਚੋਂ ਪਤਾ ਲੱਗਿਆ ਪਿੰਡ ਦੇ ਨੌਜਵਾਨ ਤਾਂ ਮੁੰਡੇ ਨੇ ਜਿਹੜੇ ਉਹ ਭਰਤੀ ਹੋ ਚੁੱਕੇ ਨੇ। ਕੁੜੀਆਂ ਲਈ ਅਜੇ ਉਹ ਬੇਸ਼ੱਕ ਹੁਣ ਬਹੁਤ ਸਾਰੀਆਂ ਲੜਕੀਆਂ ਤੁਹਾਡੇ ਪਿੰਡ ਦੀਆਂ ਵੀ, ਹੋਰ ਆ ਪਿੰਡ 'ਚ ਵੀ ਬਹੁਤ ਸਾਰੀਆਂ ਲੜਕੀਆਂ ਇੱਥੇ ਤਿਆਰੀ ਕਰ ਰਹੀਆਂ ਨੇਗੀਆਂ, ਪਰ ਅਜੇ ਤੱਕ ਲੜਕੀਆਂ ਨੇ ਫੌਜ ਵਿੱਚ ਜਾਂ ਪੁਲਿਸ ਵਿੱਚ ਕਹਿ ਲਈਏ ਉਸ ਤਰ੍ਹਾਂ ਦਾ ਰਿਜ਼ਲਟ ਨਹੀਂ ਮਿਲੇ। ਕੀ ਕਹੋਗੇ? ਸਰ ਇਹੀ ਸੋਚ ਕੇ ਸਰ ਹੁਣ ਸ਼ੁਰੂ ਕੀਤਾ ਜੀ ਕੰਮ ਆਪਣੇ। ਹਜੇ ਲਗਭਗ ਇਹ ਸਾਰੇ ਬੱਚਿਆਂ ਨੂੰ 15 ਦਿਨ, ਕਿਸੇ ਨੂੰ ਵੀ ਮਹੀਨੇ ਤੋਂ ਥੱਲੇ ਜੀ। ਹੁਣ ਇਹੀ ਸੋਚਿਆ ਵੀ ਇਹਨਾਂ ਤੋਂ 2, 4, 5, 10 ਬੱਚਿਆਂ ਨੂੰ ਆਪਾਂ, ਗੁੜੀਆਂ ਨੂੰ ਕਿਸੇ ਨਾ ਕਿਸੇ ਨੌਕਰੀ ਤੇ ਪੱਕਾ ਲਾਉਣਾ ਜੀ। ਅਗਰ ਨੌਕਰੀ ਤੇ ਨਹੀਂ ਤਾਂ ਇਹਨਾਂ ਨੂੰ ਸਪੋਰਟਸ ਵਗੈਰਾ ਕੁਛ ਨਾ ਕੁਛ ਇਹਨਾਂ ਨੂੰ ਕਿਸੇ ਨਾ ਕਿਸੇ ਮੁਕਾਮ ਤੱਕ ਪਹੁੰਚਾਉਣ ਦੀ ਇਹੀ ਉਮੀਦ ਹੈ ਜੀ ਆਪਣੀ। ਗਰਾਊਂਡ ਦੇ ਵਿੱਚ ਕੁਝ ਸਹੂਲਤਾਂ ਹੈਗੀਆਂ ਨੇ, ਪਰ ਅਜੇ ਮੈਨੂੰ ਲੱਗਦਾ ਜੀ ਬਹੁਤ ਕੁਝ ਲੋੜ ਹੈ ਇੱਥੇ। ਕਿਹੜੀਆਂ ਲੋੜਾਂ ਨੇ ਜੋ ਪਿੰਡ ਲਈ ਜਾਂ ਗਰਾਊਂਡ ਲਈ ਚਾਹੀਦੀਆਂ ਨੇ? ਪਿੰਡ ਦਾ ਸਰ ਸੜਕਾਂ ਵਗੈਰਾ ਬਿਲਕੁਲ ਟੁੱਟੀਆਂ ਹੋਈਆਂ ਨੇ ਜੀ। ਪਿੰਡ ਦਾ ਸਭ ਤੋਂ ਵੱਡੀ ਸਮੱਸਿਆ ਤਾਂ ਹੈ ਜੀ, ਫਿਰਨੀਆਂ ਚਾਰੇ ਪਾਸੇ ਟੁੱਟੀਆਂ ਹੋਈਆਂ ਨੇ ਜੀ। ਇੱਥੇ ਸਕੂਲ 'ਚ ਆਪਾਂ ਨੂੰ ਹਾਈ ਹੈਂਡਲ, ਰੋਪ ਕਾਫੀ ਹਜੇ ਜ਼ਰੂਰਤ ਹੈ ਜੀ। ਕੁਛ ਸਟੇਡੀਅਮ ਦਾ ਕੰਮ ਚੱਲ ਰਿਹਾ ਸਰ, ਹੜਤਾਲ ਕਰਕੇ ਰੁਕਿਆ ਸੀਗਾ। ਕਾਫੀ ਤਾਂ ਹਜੇ ਇੰਪਰੂਵਮੈਂਟ ਹੋ ਚੁੱਕੀ। ਜੋ ਰਹਿ ਗਿਆ ਸਰ ਉਹ ਅਸੀਂ ਪਿੰਡ ਦੇ ਸਹਿਯੋਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਰਕਾਰਾਂ ਨੂੰ ਕਹਿੰਦੇ ਜੇ ਕੋਈ ਸਹਿਯੋਗ ਹੋ ਸਕਦਾ ਤਾਂ ਅਸੀਂ ਧੰਨਵਾਦ ਹੋਵਾਂਗੇ ਸਰ ਸਰਕਾਰਾਂ ਦੇ, ਜੇ ਕੋਈ ਸਹਿਯੋਗ ਕਰ ਸਕਦਾ ਤਾਂ। ਇਸ ਤੋਂ ਪਹਿਲਾਂ ਕੋਈ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ ਇਸ ਗਰਾਊਂਡ ਲਈ, ਜਾਂ ਇੱਥੋਂ ਦੇ ਖਿਡਾਰੀ ਜੋ ਸਪੋਰਟਸ ਦੇ ਵਿੱਚ ਹੈਗੇ ਨੇ ਜਾਂ ਤਿਆਰੀ ਕਰਦੇ ਨੇ, ਕੋਈ ਲੀਡਰ ਇੱਥੇ ਕੋਈ ਕਹਿ ਕੇ ਗਿਆ ਹੋਵੇ, ਜਿਹੜਾ ਕਹਿ ਕੇ ਤਾਂ ਚਲਾ ਗਿਆ ਹੋਵੇ ਪਰ ਕੋਈ ਅਜੇ ਲਾਰਾ ਉਹ ਰਾਸ ਨਹੀਂ ਆਇਆ ਹੈ ਕੋਈ ਇਸ ਤਰ੍ਹਾਂ ਦਾ? ਸਰ ਬਹੁਤ ਆਉਂਦੇ ਨੇ ਜੀ, ਸਾਰੀ ਇੱਦਾਂ ਹੀ ਕਹਿੰਦੇ ਨੇ ਵੀ ਹਾਂ ਕੋਈ ਸਟੇਡੀਅਮ ਮਨਜ਼ੂਰ ਕਰਨਾ, ਕੋਈ ਕੁਝ ਕਰਨਾ, ਪਰ ਹਜੇ ਤੱਕ ਕੁਝ ਨਹੀਂ ਸਰ। ਹੁਣ ਪਹਿਲੀ ਵਾਰ ਸਟੇਡੀਅਮ ਦੀ ਸਰ ਆਇਆ ਜੋ ਫੰਡ ਆਇਆ, ਉਹ ਵੀ ਥੋੜਾ ਨਰੇਗਾ ਕਰਕੇ ਰੁਕਿਆ ਸੀਗਾ। ਇਦੋਂ ਪਹਿਲਾਂ ਸਰ ਬਹੁਤ ਆਏ ਕਹਿ ਕੇ ਚੱਲਦੇ ਨੇ, ਪਰ ਆਉਂਦਾ ਕੋਈ ਨਹੀਂ ਹੈਗਾ ਜੀ। ਕਿਸਾਨੀ ਨੂੰ ਬਚਾਉਣ ਲਈ ਰਿੰਗੜਾਲ ਪਿੰਡ ਨੇ ਦਿੱਲੀ ਵੱਲ ਵੀਰਾਂ ਘੱਤੀਆਂ ਹੋਈਆਂ ਨੇ। ਜਵਾਨੀ ਨੂੰ ਬਚਾਉਣ ਲਈ ਗਰਾਊਂਡ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਰਾ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਵੀ ਸੱਚ ਸਾਬਤ ਹੋ ਰਿਹਾ। ਕੀ ਕਹੋਗੇ? ਹਾਂ ਸਰ ਇੱਥੇ ਸਰ ਪਿੰਡ ਦਾ ਸਾਰੇ ਦਾ ਬਹੁਤ ਵੱਡਾ ਇੱਕ ਹੈ ਜੀ। ਕੋਈ ਵੀ ਮੁਹਿੰਮ ਹੁੰਦੇ ਸਰ ਜ਼ੋਰ ਨਾਲ ਸਾਰੇ ਮਿਲ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦੇ। ਹੁਣ ਦਿੱਲੀ ਦੇ ਵਿੱਚ ਵੀ ਸਰ ਆਪਣੇ ਅੱਧਾ ਪਿੰਡ ਦਿੱਲੀ ਦੇ ਵਿੱਚ ਬੈਠਾ ਜੀ। ਜਿਹੜੇ ਅਸੀਂ ਇੱਥੇ ਬਾਕੀ ਮੁੰਡੇ ਬੱਚੇ ਆ ਇਹ ਗਰਾਊਂਡ ਨਾਲ ਜੁੜੇ ਹੋਏ ਨੇ ਸਰ, ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ, ਨਸ਼ਿਆਂ ਤੋਂ ਦੂਰ ਰਹਿਣ ਵਾਸਤੇ। ਬਾਕੀ ਜਿਹੜੇ ਬਚੇ ਹੋਏ ਨੌਜਵਾਨ ਉਹ ਸਰ ਗਰਾਊਂਡ ਨਾਲ ਜੁੜੇ ਹੋਏ ਨੇ। ਨਸ਼ਾ ਆਪਣੇ ਪਿੰਡ ਦੇ ਵਿੱਚ ਲਗਭਗ ਨਾ ਮਾਤਰਾ ਹੈ ਜੀ। ਹੋ ਸਕਦਾ ਕੋਈ 100 ਚੋਂ ਇੱਕ ਕਿਤੇ ਕੁਛ ਨੂੰ ਕੇਸ ਮਿਲ ਜੇ। ਨਹੀਂ ਚਿੱਟਾ ਵਗੈਰਾ ਤਾਂ ਸਾਡੇ ਪਿੰਡ 'ਚ ਨਹੀਂ ਹੈਗਾ ਜੀ। ਨੋਰਮਲ ਨਸ਼ਾ ਜਿਹੜਾ ਲਾ ਲਓ ਕੋਈ ਹੋ ਸਕਦਾ ਕੋਈ ਕੇਸ ਹੋਵੇ, ਪਰ ਦੇਖਣ ਤੱਕ ਅਜੇ ਤੱਕ ਆਇਆ ਨਹੀਂ ਹੈਗਾ ਜੀ। ਆਮ ਤੌਰ 'ਤੇ ਪਿੰਡਾਂ ਦੀ ਰਾਜਨੀਤੀ ਗਰਾਊਂਡਾਂ ਨੂੰ ਖਤਮ ਕਰ ਦਿੰਦੀ ਹੈ। ਗਰਾਊਂਡ ਤਾਂ ਹੈਗੇ ਨੇ ਪਰ ਗਰਾਊਂਡ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਸਵੇਰੇ ਸ਼ਾਮ ਲੈ ਕੇ ਆਉਣਾ ਇਹ ਬਹੁਤ ਔਖਾ ਹੈ। ਤੁਹਾਡੇ ਪਿੰਡ ਦੇ ਵਿੱਚ ਮਾਹੌਲ ਹੈ ਜਿਹੜਾ ਕਿਵੇਂ ਸਿਰਜ ਸਕੇ ਜਾਂ ਕਿਵੇਂ ਇਹ ਨੌਜਵਾਨ ਪੀੜ੍ਹੀ ਇੱਥੇ ਤੱਕ ਪਹੁੰਚੀ ਹੈ? ਇਹ ਸਰ ਸ਼ੁਰੂਆਤ ਵੱਡੇ ਵਡੇਰਿਆਂ ਦੀ ਕੀਤੀ ਹੋਈ ਹੈ ਜੀ, ਉੱਥੋਂ ਚੱਲਦਾ ਰਿਹਾ ਸਰ। ਹੁਣ ਸਵੇਰੇ ਨੂੰ ਆਪਣੇ ਆਪ ਹੀ ਹਜੇ ਤਾਂ ਸਰ ਘੱਟ ਆ ਜੀ ਆਪਣਾ। ਥੋੜ੍ਹਾ ਹਜੇ ਹੋਰ ਜਿਵੇਂ ਰਹੂਗਾ ਹੋਰ ਜੁੜਦੇ ਜਾਣਗੇ ਸਰ। ਘੱਟੋ ਘੱਟ 150-200 ਬੰਦਾ ਹੁੰਦਾ ਜੀ ਆਪਣੇ। ਪਹਿਲਾਂ ਤਾਂ ਨੇੜੇ ਆਪਣੇ ਕਿਤੇ ਗਰਾਊਂਡ ਨਹੀਂ ਸੀਗਾ ਜੀ, ਨੇੜੇ ਪਿੰਡਾਂ ਤੋਂ ਵੀ ਆਉਂਦੇ ਸੀਗੇ। ਹੁਣ ਸਾਰਿਆਂ ਨੇ ਆਪਣੇ ਕੀ ਗਰਾਊਂਡ ਬਣਾ ਲਏ ਜੀ। ਦਾਤਾਬਾਸ ਹੋ ਗਿਆ, ਡਸਕਾ ਹੋ ਗਿਆ, ਰੱਲੀ ਹੋ ਗਿਆ, ਬੱਚਿਆਂ ਵਾਲਾ ਖੱਤੀਰਾ, ਸਾਰੇ ਆਪਣੇ ਗਰਾਊਂਡ ਨਾਲ ਜੁੜੇ ਹੋਏ ਸੀਗੇ। ਉੱਥੋਂ ਦੇ ਕੇ ਹੁਣ ਸਰ ਛੋਟੇ ਬੱਚੇ ਵੀ ਦੇਖ ਲਓ ਤੁਹਾਨੂੰ ਮਿਲਣਗੇ ਜੀ। ਔਰਤਾਂ ਵੀ ਆਉਣ ਲੱਗੇ ਜੀ ਹੁਣ ਤਾਂ ਇੱਥੇ, ਤੇ ਬੱਚੇ ਵੀ ਸਟਾਰਟ ਹੋ ਗਏ ਜੀ।
ਸਮੇਂ ਦੀਆਂ ਹੁਕਮਰਾਨ ਸਰਕਾਰਾਂ ਬੇਸ਼ੱਕ ਇਸ ਗੱਲ ਦੀਆਂ ਢੀਂਗਾਂ ਮਾਰਦੀਆਂ ਨੇ ਕਿ ਅਸੀਂ ਇਹ ਕਰਤਾ ਜਾਂ ਉਹ ਕਰਤਾ। ਇਸ ਪਿੰਡ ਦੇ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਬਚਾ ਰੱਖਾਂਗੇ ਤੇ ਇਹ ਜਿਹੜੀ ਇੱਥੋਂ ਦੀ ਨੌਜਵਾਨ ਪੀੜ੍ਹੀ ਹੈ ਫੌਜ ਵਿੱਚ ਭਰਤੀ ਹੋ ਕੇ ਇਹ ਸਾਬਤ ਕਰਤਾ ਕਿ ਅਸੀਂ ਨਸ਼ੇੜੀ ਨਹੀਂ, ਅਸੀਂ ਫਿਜ਼ੀਕਲ ਤੌਰ ਤੇ ਮੈਂਟਲੀ ਤੌਰ ਤੇ ਤੰਦਰੁਸਤ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਨੇ। ਪਰ ਜਿਹੜੇ ਲੀਡਰ ਇਸ ਪਿੰਡ ਨੂੰ ਇੱਥੇ ਗਰਾਊਂਡਾਂ 'ਚ ਆ ਕੇ ਜਾਂ ਹੋਰ ਸਮਾਗਮਾਂ ਦੇ ਵਿੱਚ ਆ ਕੇ ਲਾਰੇ ਲਾ ਕੇ ਗਏ ਨੇ, ਉਹਨਾਂ ਨੂੰ ਅਪੀਲ ਹੈ ਕਿ ਇਸ ਪਿੰਡ ਦੀ ਸਾਰ ਲਈ ਜਾਵੇ ਤੇ ਇੱਥੇ ਗਰਾਊਂਡ ਦੇ ਵਿੱਚ ਜਾਂ ਪਿੰਡ ਪੱਧਰ ਤੇ ਜਿਹੜੀਆਂ ਸੁੱਖ ਸਹੂਲਤਾਂ ਦੀ ਕਮੀ ਹੈ ਉਹ ਪੂਰੀਆਂ ਕੀਤੀਆਂ ਜਾਣ। ਸਰਦਾਰ ਗੁਰਚਰਨ ਸਿੰਘ ਜੀ ਨੇ ਜਿਨ੍ਹਾਂ ਨੇ 30-35 ਸਾਲ ਪਿੰਡ ਦੀ ਸਰਪੰਚੀ ਕੀਤੀ, ਜ਼ਿਲ੍ਹਾ ਪਰਿਸ਼ਦ ਮੈਂਬਰ ਰਹੇ, ਪਿੰਡ ਦੇ ਵਿੱਚ ਜਾ ਕੇ ਲੋਕਾਂ ਤੋਂ ਪਤਾ ਚੱਲਿਆ, ਜਾਣਕਾਰੀ ਮਿਲੀ ਹੈ ਕਿ ਇਸ ਗਰਾਊਂਡ ਦੇ ਵਿੱਚ ਇਸ ਜਵਾਨੀ ਦੇ ਬੀਜ ਬੀਜਣ ਵਾਲਾ ਸ਼ਖਸ ਉਹ ਗੁਰਚਰਨ ਸਿੰਘ ਹੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਬਾਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡੇ ਪਿੰਡ ਦੇ ਲੋਕ ਤੁਹਾਡੇ ਤੇ ਬੜਾ ਮਾਣ ਕਰਦੇ ਆ। ਪਿੰਡ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਨਾਮ ਲਿਆ ਹੈ, ਕੀ ਕਹਿਣਾ ਚਾਹੋਗੇ? ਇਨਸਾਨ ਜਦੋਂ ਇਸ ਧਰਤੀ ਤੇ ਆਉਂਦਾ ਹੈ, ਮੈਂ ਵੀ ਆਪਣਾ ਉਸੇ ਤਰ੍ਹਾਂ ਆਪਣਾ ਫਰਜ਼ ਸਮਝਿਆ। ਜੋ ਮੇਰਾ ਗਿਆਨ ਸੀ, ਥੋੜਾ ਮੋਟਾ ਮੈਂ ਪੜ੍ਹਿਆ ਸੀ, ਮੈਂ ਆਪਦੇ ਲੋਕਾਂ ਨੂੰ ਇੱਕ ਵਿਗਿਆਨਕ ਢੰਗ ਨਾਲ ਮੇਰੇ ਨੌਜਵਾਨਾਂ ਨੂੰ, ਮੇਰੇ ਪਿੰਡ ਨੂੰ, ਜਾਣ ਗਵਾਂਢ ਨੂੰ ਮੈਂ ਦਿਸ਼ਾ ਦੇਵਾਂ। ਸੋ ਮੈਂ ਉਸ ਯਤਨ 'ਚੋਂ ਇਹ ਮੂਵਮੈਂਟ ਤੇ ਲਗਾਤਾਰ ਪਰਪੱਕ ਰਿਹਾ। ਪਰ ਇਹ ਜਿਹੜਾ ਕੁਝ ਸਿਰਜਣਾ ਹੋਈ ਹੈ, 10 ਦੀ ਤਾਂ ਅਗਵਾਈ ਸੀ, ਬਾਕੀ ਸਾਰਾ ਕੁਝ ਲੋਕਾਂ ਦੀ ਮੂਵਮੈਂਟ ਨੇ ਸਿਰਜਿਆ। ਲੋਕਾਂ ਨੇ ਪੈਸੇ ਦਿੱਤੇ ਨੇ, ਲੋਕਾਂ ਨੇ ਮਿੱਟੀ ਪਾਈ ਹੈ, ਲੋਕਾਂ ਨੇ ਸਭ ਕੁਝ, ਪਾਵਰ ਟੂ ਪੀਪਲ, ਸਭ ਕੁਝ ਲੋਕਾਂ ਨੇ ਕਰਿਆ। ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਗਰਾਊਂਡ ਆਲੇ ਦੁਆਲੇ ਜੇ ਪੂਰੀ ਚਾਰ ਦੀਵਾਰੀ ਤੋਂ ਜਾਂ ਹੋਰ ਬਹੁਤ ਸਾਰੀਆਂ ਘਾਟਾਂ ਰੜਕ ਰਹੀਆਂ ਨੇ, ਤੁਹਾਨੂੰ ਲੱਗਦਾ ਨਹੀਂ ਵੀ ਸਮੇਂ ਦੀਆਂ ਸਰਕਾਰਾਂ ਨੇ ਤੁਹਾਡੇ ਇਸ ਨੌਜਵਾਨੀ ਵੱਲ ਦੇਖ ਕੇ ਤੁਹਾਡੀ ਅਜੇ ਮੁੱਲ ਨਹੀਂ ਪਾਇਆ ਸਹੀ? ਜਿਵੇਂ ਸਾਡੀ ਭਾਵਨਾ ਹੈ, ਅੱਜ ਦਾ ਜਿਹੜਾ ਨਵਾਂ ਵਿਗਿਆਨਕ ਯੁੱਗ ਹੈ, ਸੰਸਾਰ ਦੀ ਦਿਸ਼ਾ ਹੈ, ਉਹ ਕੰਮਾਂ ਦੀ ਦਿਸ਼ਾ ਹੈ, ਉਸ ਤਰ੍ਹਾਂ ਅਸੀਂ ਆਪਣੇ ਯੂਥ ਨੂੰ ਪ੍ਰਿਪੇਅਰ ਕਰੀਏ। ਵਿੱਦਿਆ 'ਚ, ਸਿਹਤ 'ਚ, ਦੋ ਕਨਸੈਪਟ ਨੇ ਜ਼ਿੰਦਗੀ 'ਚ ਸਫਲ ਹੋਣ ਦੇ। ਚੰਗੀ ਸਿਹਤ ਤੇ ਚੰਗੀ ਵਿੱਦਿਆ ਦੇ ਉਹ ਰੈਵੋਲੂਸ਼ਨ ਕਰਦੀ ਹੈ ਜ਼ਿੰਦਗੀ 'ਚ ਹਰ ਯੂਥ ਦੇ। ਸੋ ਉਹ ਕਨਸੈਪਟ ਨੂੰ ਅਸੀਂ ਧਿਆਇਆ ਹੋਇਆ। ਬਹੁਤ ਘਾਟਾਂ ਨੇ ਕਿ ਸਟੇਟ ਤੋਂ ਕਈ ਵਾਰੀ ਸਾਨੂੰ ਸਹਿਯੋਗ ਨਹੀਂ ਮਿਲਦਾ। ਜਿਵੇਂ ਹੁਣੇ ਗੱਲ ਆਈ ਹੈ ਲੜਕੀਆਂ ਦੀ, ਵੀ ਇੱਥੇ ਇੱਕ ਲੜਕੀਆਂ ਦਾ ਕਮਰਾ ਬਣਾ ਕੇ ਵੱਖਰਾ ਜਿਮ ਨਹੀਂ, ਸਾਨੂੰ ਮਹਿਸੂਸ ਹੋਇਆ ਲੜਕੀਆਂ ਆ ਰਹੀਆਂ ਨੇ, ਪਰ ਉਹ ਕਹਿੰਦੀਆਂ ਨੇ ਵੀ ਸਾਡੇ ਨਾਲ ਧੱਕਾ ਹੈ, ਸਾਡੇ ਨਾਲ ਵਿਤਕਰਾ, ਸਾਡੇ ਨਾਲ ਆਪਾਂ ਨੂੰ ਕੱਢਦੇ। ਆਮ ਤੌਰ ਤੇ ਜਿਹੜਾ ਪਿੰਡਾਂ ਦਾ ਵਿਕਾਸ ਹੈ, ਅਸੀਂ ਪਿੰਡਾਂ 'ਚ ਰਹਿਣ ਵਾਲੇ ਆਂਗੇ, ਪਿੰਡਾਂ ਦਾ ਵਿਕਾਸ ਗਲੀਆਂ ਨਾਲੀਆਂ ਵਿੱਚ ਉਲਝ ਕੇ ਰਹਿ ਜਾਂਦਾ ਹੈ। ਤੁਹਾਡੇ ਪਿੰਡ ਦੀ ਇਹ ਤਾਂ ਪਹਿਲ ਕਦਮੀ ਹੈਗੀ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਗਰਾਊਂਡ ਦੇ ਵਿੱਚ ਸਵੇਰੇ ਸ਼ਾਮ ਆਉਣ ਲੱਗ ਪਈ ਹੈ, ਪਰ ਪਿੰਡਾਂ ਜਿਹੜੇ ਉਹ ਗਲੀਆਂ ਨਾਲੀਆਂ ਵਾਲਾ ਵਿਕਾਸ ਹੈ ਉਹ ਬਹੁਤਾ ਚੰਗਾ ਨਹੀਂ ਸਾਨੂੰ ਲੱਗਿਆ। ਕੀ ਕਹੋਗੇ? ਇਹ ਵਿਕਾਸ ਤਾਂ ਅਸਲ ਜਿਹੜਾ ਹੈਗਾ ਸਰਪੱਖੀ ਹੋਣਾ ਚਾਹੀਦਾ। ਜਿਹੜਾ ਗਰਾਊਂਡਾਂ ਦਾ ਵਿਕਾਸ ਹੈ ਜਾਂ ਫਿਜ਼ੀਕਲ ਸਰੀਰਕ ਫਿਟਨੈਸ ਦਾ ਜਾਂ ਪੜ੍ਹਾਈ ਦਾ ਜਿਹੜਾ ਵਾਤਾਵਰਨ ਹੈ, ਇਹ ਸਭ ਤੋਂ ਪਹਿਲਾਂ ਬਣਾਉਣਾ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਸਮਾਜ ਦੀ ਰਚਨਾ ਹੁੰਦੀ ਹੈ। ਜਿਹੜੇ ਨਸ਼ਿਆਂ ਦੀ ਅਲਾਮਤ ਹੈ, ਨਸ਼ਿਆਂ ਦੀ ਅਲਾਮਤ ਨੂੰ ਸਿਰਫ ਆਹ ਜਿਹੜਾ ਸਿਸਟਮ ਹੈ ਖੇਡਾਂ ਦਾ, ਜੋ ਯੂਥ ਗਰਾਊਂਡ 'ਚ ਆਉਂਦਾ ਤਾਂ ਉਹਦੀ ਭਾਵਨਾ ਜਾਗਦੀ ਹੈ ਕਿ ਮੈਂ ਵੀ ਅੱਗੇ ਵਧਾਂ ਜ਼ਿੰਦਗੀ 'ਚ, ਮੈਂ ਵੀ ਦੇਸ਼ ਦੇ ਹੋਰ ਖਿਡਾਰੀਆਂ ਵਾਂਗੂ, ਦੇਸ਼ ਦੇ ਹੋਰ ਲੋਕਾਂ ਵਾਂਗੂ ਵਿਦਿਅਕ ਤੌਰ 'ਤੇ ਤਿਆਰ ਹੋਵਾਂ, ਖੇਡ ਤੌਰ 'ਤੇ ਤਿਆਰ ਹੋਵਾਂ। ਅਤੇ ਉੱਥੇ ਆ ਕੇ ਉਹ ਫਿਰ ਉਹਦੇ ਮਨ 'ਚ ਆਉਂਦੀ ਹੈ ਵੀ ਨਸ਼ਿਆਂ ਦਾ ਮੈਂ ਬਾਈਕਾਟ ਕਰਾਂ। ਸੋ ਜੇ ਨਹੀਂ ਹੁੰਦਾ ਤਾਂ ਬੱਚੇ ਕੀ ਨੇ, ਤਾਂ ਜਿਹੜੇ ਪਿੰਡਾਂ 'ਚ ਨਹੀਂ ਉੱਥੇ ਤਾਸ਼ ਖੇਡਦੇ ਨੇ, ਠੇਕਿਆਂ 'ਤੇ ਨਸ਼ਿਆਂ ਵਾਲੇ ਕੇਂਦਰਾਂ 'ਚ ਜਾਂਦੇ ਨੇ। ਸੋ ਸੰਗਤ ਬੁਰੀ ਹੁੰਦੀ ਹੈ। ਉਹ ਸੰਗਤ ਤੋਂ ਬਚਾਉਣ ਵਾਸਤੇ ਹਰ ਪਿੰਡ 'ਚ, ਪੰਜਾਬ ਦੇ 'ਚ, ਦੁਨੀਆ ਦੇ 'ਚ ਮੂਵਮੈਂਟ ਹੋਣੀ ਚਾਹੀਦੀ। ਰੰਗੜਿਆਲ ਪਿੰਡ ਨੇ ਪੰਜਾਬ ਪੱਧਰ ਤੇ, ਨੈਸ਼ਨਲ ਪੱਧਰ ਤੇ, ਇੰਟਰਨੈਸ਼ਨਲ ਪੱਧਰ ਤੱਕ ਫੌਜੀਆਂ ਦਾ ਪਿੰਡ ਕਹਿਲਾਇਆ ਹੁਣ। ਤੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਇਸ ਪਿੰਡ ਨੇ 250-300 ਨੌਜਵਾਨ ਮੁੰਡਾ ਫੌਜ ਦੇ ਵਿੱਚ ਦੇਸ਼ ਦੀ ਸੇਵਾ ਲਈ ਭੇਜ ਦਿੱਤਾ ਹੈ? ਤੁਹਾਨੂੰ ਲੱਗਦਾ ਨਹੀਂ ਵੀ ਇਸ ਪਿੰਡ ਨੂੰ ਸਪੈਸ਼ਲੀ ਫੌਜੀਆਂ ਦਾ ਪਿੰਡ ਐਲਾਨ ਕੇ ਤੇ ਇਸ ਪਿੰਡ ਨੂੰ ਸਪੈਸ਼ਲੀ ਕੋਈ ਪੈਕੇਜ ਮਿਲਣਾ ਚਾਹੀਦਾ ਹੈ ਤਾਂ ਕਿ ਇਸ ਦੇ ਵਿੱਚ ਜਿਹੜੀ ਹੋਰ ਸਹੂਲਤਾਂ ਨੇ ਉਹ ਪੂਰੀਆਂ ਕੀਤੀਆਂ ਜਾ ਸਕਣ? ਦੇਖੋ, ਸਿਰ ਧੜ ਦੀ ਬਾਜੀ ਲਾ ਕੇ ਜਿਹੜਾ ਨੌਜਵਾਨ ਹੈ ਦੇਸ਼ ਦੀ ਰੱਖਿਆ ਕਰਦਾ ਹੈ, ਸਾਡੇ ਦੁਸ਼ਮਣਾਂ ਤੋਂ ਦੇਸ਼ ਨੂੰ ਬਚਾਉਂਦਾ ਹੈ, ਉਹਦੇ ਲਈ ਇੱਥੋਂ ਦੇ ਲੋਕਾਂ ਨੇ ਇੱਕ ਸਿਸਟਮ ਪ੍ਰਪੇਅਰ ਕੀਤਾ ਚੰਗੀ ਸਿਹਤ ਦਾ ਅਤੇ ਚੰਗੀ ਸਿੱਖਿਆ ਦਾ। ਤਾਂ ਯੂਥ ਕਾਬਲ ਹੋਇਆ ਮਿਲਟਰੀ 'ਚ ਭਰਤੀ ਹੋਣ ਦਾ, ਤਾਂ ਆਪਣਾ ਫਰਜ਼ ਨਿਭਾ ਰਿਹਾ। ਇਹ ਤਾਂ ਉਹ ਫਰਜ਼ ਨੂੰ ਸਮਝਦੇ ਹੋਏ, ਜਿਵੇਂ ਵੱਡੀ ਗਿਣਤੀ 'ਚ ਇੱਥੋਂ ਦੇ ਨੌਜਵਾਨ ਮਿਲਟਰੀ 'ਚ ਨੇ, ਪੁਲਿਸ 'ਚ ਵੀ ਨੇ, ਤਾਂ ਸਰਕਾਰ ਵੀ ਆਪਣਾ ਫਰਜ਼ ਸਮਝੇ। ਜਿਹੜਾ ਦੇਸ਼ ਖਾਤਰ ਸਭ ਕੁਝ ਯੂਥ ਵਾਰਦਾ, ਉਹਨਾਂ ਦਾ ਜਿਹੜੀਆਂ ਸਮੱਸਿਆਵਾਂ ਨੇ ਕੋਈ ਧਿਆਨ ਦੇਵੇ, ਉਹਨਾਂ ਦੀਆਂ ਗੱਲਾਂ ਸੁਣੇ, ਜਿਹੜੀਆਂ ਉਹਨਾਂ ਦੀਆਂ ਡਿਵੈਲਪਮੈਂਟ ਦੀਆਂ ਗੱਲਾਂ ਨੇ, ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਨੇ, ਬੁਰਾਈਆਂ ਨੂੰ ਦੂਰ ਕਰਨ ਦੀਆਂ ਗੱਲਾਂ ਨੇ। ਸੋ ਸਰਕਾਰ ਦਾ ਇਹ ਜਿਹੜਾ ਪਾਰਟ ਹੈ ਨੈਗੇਟਿਵ ਹੈ। ਪਿੰਡ ਦੀ ਰਾਜਨੀਤੀ ਦੇ ਵਿੱਚ ਲੰਮਾ ਤਜਰਬਾ ਹੋਇਆ, ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਵਿੱਚ ਜਿਹੜੀਆਂ ਇਹ ਸਹੂਲਤਾਂ ਨੇ ਇਹ ਤਾਂ ਹੁਣ ਪੂਰੀਆਂ ਹੀ ਹੋਣੀਆਂ ਚਾਹੀਦੀਆਂ ਨਹੀਂ?
ਹਾਂ ਜੀ, ਹੋਰ ਇੱਕ ਸਭ ਤੋਂ ਵੱਡਾ, ਅਸੀਂ ਖੇਤੀਬਾੜੀ ਨਾਲ ਜੁੜੇ ਪਿੰਡ ਆ, ਸਾਰਾ ਯੂਥ ਬੈਠਾ ਹੈ। ਸਭ ਦੀ ਇੱਕ ਸਾਂਝੀ ਡਿਮਾਂਡ ਹੈ, ਵਾਟਰ ਵਰਕਸ ਹੈ, ਇੱਥੇ ਪਾਣੀ ਨਹੀਂ ਆਉਂਦਾ, ਖੇਤਾਂ ਨੂੰ ਪਾਣੀ ਨਹੀਂ ਆਉਂਦਾ। ਸਭ ਤੋਂ ਪਹਿਲਾਂ ਹੈ ਵੀ ਜਿਹੜਾ ਟੇਲ ਤੇ ਪਾਣੀ ਸਾਡੇ ਪੂਰਾ ਆਵੇ, ਉਹਦੇ ਲਈ ਜਿਹੜਾ ਮਾਈਨਰ ਦਾ ਜਿਹੜਾ ਡਿਜ਼ਾਈਨ ਬਣਿਆ, ਮਾਈਨਰ 3 ਹੈ ਬੁਢਲਾਡਾ ਬ੍ਰਾਂਚ ਤੋਂ, ਉਹ ਅੰਡਰ ਡਿਜ਼ਾਈਨ ਹੈ, ਕਿਉਂਕਿ ਨਵਾਂ ਰਕਬਾ ਹਜ਼ਾਰਾਂ ਏਕੜ ਹੋਰ ਪੈ ਗਿਆ ਤੋ ਖਿੱਚਣ ਦੇ ਯੋਗ ਨਹੀਂ, ਟੇਲ ਤੇ ਪਾਣੀ ਨਹੀਂ ਪਹੁੰਚਦਾ। ਇਹ ਬਹੁਤ ਵੱਡੀ ਜਿਹੜੀ ਪੈਦਾਵਾਰ 'ਚ ਸਾਡੇ ਐਗਰੀਕਲਚਰ 'ਚ ਘਾਟ ਮਹਿਸੂਸ ਹੋ ਰਹੀ ਹੈ। ਧੰਨਵਾਦ ਜੀ। ਇੱਕ ਰਹਿ ਗਈ ਹੋਰ। ਹਾਂਜੀ ਹਾਂਜੀ। ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਖੇਤਰ ਦੀ ਡਿਵੈਲਪਮੈਂਟ ਦੀ, ਉਹ ਹੈਗੀ ਦਿਆਲਪੁਰਾ, ਖੱਤਰੀ ਵਾਲਾ, ਰੰਗੜਿਆਲ, ਸਿਰਸੀ, ਰੱਲੀ ਅਪ ਟੂ ਜਾਖਲ ਨਾ ਅਪ ਟੂ ਬੁਢਲਾਡਾ, ਜਿਹੜਾ ਕਚਹਿਰੀਆਂ ਨੇ, ਇਹ 12.5 ਕਿਲੋਮੀਟਰ ਰੋਡ ਹੈ। ਜੇ ਡਬਲ ਹੋ ਜਾਂਦੀ ਹੈ ਤਾਂ 4 ਪਿੰਡਾਂ ਦਾ ਆਵਾਜਾਈ ਸੌਖੀ ਹੋਊਗੀ, ਕਾਲਜਾਂ ਸਕੂਲਾਂ 'ਚ ਬੱਚੇ ਜਾਣਗੇ ਤੇ ਲੋਕ ਜਾਣਗੇ, ਮਾਰਕੀਟ ਦਾ ਨਿਯਮ ਸੌਖਾ ਹੋਊਗਾ। ਬਾਕੀ ਇੱਕ ਵਿਤਕਰਾ ਜਿਹੜਾ ਸੰਗਰੂਰ ਦਿਸ਼ਾ ਜ਼ਿਲ੍ਹੇ 'ਚ ਇਸ ਜ਼ਿਲ੍ਹੇ ਨਾਲ ਹੋ ਰਿਹਾ, ਮਾਨਸਾ ਨਾਲ, ਉਹ ਸਾਹਮਣੇ ਆ ਰਿਹਾ ਹੈ। ਮਾਨਸਾ ਸਨਾਮ ਤੋਂ ਰੰਗੜਿਆਲ ਹੱਦ ਤੇ ਲਹਿਰਾ ਤੋਂ ਰੰਗੜਿਆਲ ਹੱਦ ਡਸਕਾ ਸਰਹੱਦ ਤੱਕ ਸੜਕ 18 ਫੁੱਟ 1996 'ਚ ਬਣ ਗਈ ਤੇ 21 ਮੰਨ ਲਓ 25 ਸਾਲ ਬੀਤ ਜਾਣ ਦੇ ਬਾਅਦ ਇਹ ਜਿਹੜੀ ਸੜਕ ਹੈ ਇਹ ਸਿੰਗਲ ਹੈ, ਜਿਹਦੇ ਕਰਕੇ ਮਤਲਬ ਬਰੇਟਾ, ਬੁਢਲਾਡਾ ਤੇ ਇਹਨਾਂ ਪਿੰਡਾਂ ਦੀ ਆਵਾਜਾਈ ਤੇ ਸਨਾਮ ਤੋਂ ਬਰੇਟਾ, ਲਹਿਰਾ ਤੋਂ ਬੁਢਲਾਡਾ ਆਵਾਜਾਈ ਨੂੰ ਵਿਘਨ ਪੈਂਦਾ। ਸਭ ਤੋਂ ਸ਼ਾਰਟ ਇਹ ਰਸਤਾ ਹੈ ਇਹਨਾਂ ਸ਼ਹਿਰਾਂ ਨੂੰ ਜੋੜਦਾ। ਸੋ ਇਹਦੇ ਲਈ ਬੇਨਤੀ ਹੈ ਸਰਕਾਰਾਂ ਨੂੰ ਕਿ ਇਸ ਨੂੰ ਤੇ ਇਹ ਵਿਤਕਰੇ ਨੂੰ ਦੂਰ ਕੀਤਾ ਜਾਵੇ।